ਕਿਵੇਂ ਦੇਖਦੇ ਹੋ ਕਿਉਂਕਿ ਬੈਕ ਟੂ ਬੈਕ ਇਹੋ ਜਿਹੀਆਂ ਘਟਨਾਵਾਂ ਹੋਣੀਆਂ ਕਿਵੇਂ ਦੇਖਦੇ ਹੋ? ਸੁਰਿੰਦਰ ਜੀ ਗੱਲ ਇਹ ਹੈਗੀ ਕਿ ਜਿਹੜੀ ਇੱਥੋਂ ਦੀ ਸੱਭਿਆਚਾਰਕ ਬਹੁਤ ਗਿਣਤੀ ਹੈ ਉਹ ਇਹਨਾਂ ਗੱਲਾਂ ਨੂੰ ਅਪਰੂਵ ਕਰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਨਾਲ। ਜਿੰਨੇ ਵੀ ਸਤਬੁੱਧੀ ਲੋਕ ਹੋਣਗੇ ਚਾਹੇ ਕਿਸੇ ਧਰਮ ਦੇ ਵੀ ਹੋਣਗੇ ਉਹਨਾਂ ਸਾਰਿਆਂ ਨੂੰ ਇਹ ਬੁਰਾ ਲੱਗਦਾ ਹੈ, ਲੇਕਿਨ ਇਹ ਲੋਕ ਕੁਝ ਲੋਕ ਇਹਨਾਂ ਨੂੰ ਸਪੋਰਟ ਕਰਦੇ ਆ, ਇਹਨਾਂ ਨੂੰ ਫੀਡ ਕਰਦੇ ਆ ਔਰ ਇਹਨਾਂ ਨੂੰ ਉਧਰਲੇ ਪਾਸੇ ਤੋੜਦੇ ਆ। ਉੱਥੇ ਤਾਂ ਉਹਨਾਂ ਨੂੰ ਮਰਿਆਦਾ ਦਾ ਵੀ ਪਤਾ ਹੈ, ਹੁਣ ਪਰਮਿੰਦਰ ਕੌਰ ਨੂੰ ਨਹੀਂ ਪਤਾ ਕੀ ਮਰਿਆਦਾ ਹੁੰਦੀ ਹੈ ਗੁਰਦੁਆਰਾ ਸਾਹਿਬ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਇਹਨਾਂ ਲੋਕਾਂ ਨੂੰ ਪਤਾ ਹੋਣਾ ਹੈ ਸਾਰਾ ਕੁਝ ਠੀਕ ਹੈ, ਲੇਕਿਨ ਉਹ ਲੋਕ ਜਾਂਦੇ ਨੇ ਕਿਸੇ ਦੇ ਭੇਜੇ ਹੋਏ ਜਾਂਦੇ ਨੇ, ਕਿਸੇ ਲਾਲਚ ਦੇ ਵਿੱਚ ਜਾਂਦੇ ਨੇ, ਵਰਨਾ ਉਹਨਾਂ ਨੂੰ ਉੱਥੇ ਜਾਣ ਦੀ ਕਿਹੜੀ ਲੋੜ ਹੈ ਜਦੋਂ ਉਹਨਾਂ ਨੂੰ ਪਤਾ ਹੈ ਵੀ ਆਹ ਸਾਰਾ ਕੁਝ ਹੋਣਾ ਹੈ। ਤਾਂ ਸ਼ਾਇਦ ਉਹ ਫਰਸਟ੍ਰੇਸ਼ਨ ਲੈਵਲ, ਉਹ ਡਿਪਰੈਸ਼ਨ, ਅਸੀਂ ਸ਼ਾਇਦ ਉਸ ਦੌਰ ਦੇ ਵਿੱਚੋਂ ਨਿਕਲ ਰਹੇ ਹਾਂ ਕਿ ਸਾਨੂੰ ਸਮਝ ਹੀ ਨਹੀਂ, ਤਬ ਕਿਤੇ ਨਾ ਕਿਤੇ ਉਹ ਚੀਜ਼ ਪਾਰਟ ਨਹੀਂ ਤੁਹਾਨੂੰ ਲੱਗਦਾ? ਨਹੀਂ, ਇਹ ਦੇਖੋ 30-35 ਸਾਲ ਦੀ ਕੁੜੀ ਸੀਗੀ, 20-25 ਸਾਲ ਦਾ ਮੁੰਡਾ ਸੀਗਾ, ਇਹ ਇਹਨਾਂ ਨੂੰ ਕਿਹੜੇ ਇਸ ਤਰ੍ਹਾਂ ਦੇ ਕਿਹੜੀ ਸਮਝ ਹੈ ਜਿਹੜੀ ਨਹੀਂ ਹੋ ਸਕਦੀ। ਕੀ ਹੋਇਆ ਵਾਪਰਾ ਕੁਝ ਪਤਾ ਜੀ ਕਿਸ ਤਰ੍ਹਾਂ? ਬੇਟਾ ਸ਼ੁਰੂ ਤੋਂ ਹੀ ਜਾਂਦਾ ਸੀ ਗੁਰਦੁਆਰੇ, ਲੇਕਿਨ ਇਹ ਥੋੜਾ ਡਿਪਰੈਸ਼ਨ 'ਚ ਸੀ। ਠੀਕ ਹੈ ਜੀ। ਥੋੜਾ ਇਹਨੂੰ ਟੈਨਸ਼ਨ ਜੀ ਰਹਿੰਦੀ ਸੀ, ਇਹਨੂੰ ਮਤਲਬ ਡਿਪਰੈਸ਼ਨ 'ਚ ਸੀਗਾ, ਤਾਂ ਦਵਾਈ ਚੱਲ ਰਹੀ ਸੀ, 2-3 ਦਿਨਾਂ ਤੋਂ ਦਵਾਈ ਨਹੀਂ ਖਾ ਰਿਹਾ ਸੀ, ਤਾਂ ਕਰਕੇ ਇਹਨੂੰ ਕੁਝ ਸਮਝ ਨਹੀਂ ਆ ਰਹੀ ਸੀ। ਗੁਰਤੇਜ ਜੀ, ਤੁਸੀਂ ਦੇਖਿਆ ਵੀ ਉਹਦੇ ਪਰਿਵਾਰ ਜਦ ਸਾਹਮਣੇ ਆਇਆ ਉਹ ਸਾਰੇ ਉਹ ਤੱਥ ਪੇਸ਼ ਕਰਦਾ ਕਿ ਡਿਪਰੈਸ਼ਨ 'ਚ ਸੀ, ਗੁਰੂ ਸਾਹਿਬ ਮੰਨਦਾ ਸੀ, ਗੁਰਦੁਆਰਾ ਸਾਹਿਬ ਜਾਂਦਾ ਸੀ। ਦੇਖੋ ਫਿਰ ਇਹਦੇ ਵਿੱਚ ਕੀ ਰੈਸ਼ਨੈਲਿਟੀ ਹੈ ਜੀ? ਜਿਹੜਾ ਡਿਪਰੈਸ਼ਨ ਦੇ ਵਿੱਚ ਹੁੰਦਾ ਨਾ ਬੰਦਾ, ਉਹ ਬਹੁਤਾ ਅਗਰੈਸਿਵ ਨਹੀਂ ਹੁੰਦਾ। ਇਹ ਇਸ ਤਰ੍ਹਾਂ ਜਾ ਕੇ ਉਹ ਆਪਣੇ ਘਰ ਤੋਂ ਬਾਹਰ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਦੇ। ਇੱਥੇ ਵੀ ਹੁਣ ਇੰਨਾ ਕੁਝ ਜਾਣਦੇ ਹੋਏ ਵੀ ਫਿਰ ਵੀ ਇੰਨੀ ਹਿਮਾਕਤ ਕਰਨੀ। ਤੁਸੀਂ ਜਿਹੜੇ ਬੰਦੇ ਕੋਲੇ ਹੁਣ ਜਿਵੇਂ ਕਹਿੰਦੇ ਆ ਵੀ ਦੀ ਬਿਜ਼ਨਸ ਕੰਮ ਠੀਕ ਨਹੀਂ ਸੀ ਚੱਲ ਰਹੀ, ਡਿਪਰੈਸ਼ਨ ਦੇ ਵਿੱਚ ਸੀ, ਤਾਂ ਇਸ ਵਾਸਤੇ ਤਾਂ ਮਾੜੀ ਮੋਟੀ ਰਕਮ ਵੀ ਵੱਡੀ ਲੱਗਦੀ ਹੋਏਗੀ ਇਸ ਨੂੰ, ਔਰ ਇਹਨੂੰ ਪਤਾ ਹੈ ਕਿ ਉੱਥੇ ਵੱਧ ਤੋਂ ਵੱਧ ਲੈ ਕੇ ਕਿ ਉਹਨਾਂ ਨੇ ਮੈਨੂੰ ਪੁਲਿਸ ਕੋਲੇ ਫੜਾ ਦੇਣਾ, ਪੁਲਿਸ ਨੇ ਮੈਨੂੰ ਛੱਡ ਦੇਣਾ। ਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਹ ਬੰਦਾ ਜਿਹੜਾ ਡਿਪਰੈਸ਼ਨ ਦੇ ਵਿੱਚ ਹੈ ਉਹ ਜਾ ਕੇ ਜੋ ਉੱਥੇ ਇੱਕ ਵਾਰੀ ਰੋਕਣ ਤੋਂ ਬਾਅਦ ਫਿਰ ਦੁਬਾਰੇ ਚਲਾ ਜਾਵੇ? ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਸ਼ੱਕ ਦੇ ਘੇਰੇ ਦੇ ਵਿੱਚ ਹੈ। ਹੁਣ ਤੁਰ ਕੇ ਜਾਣਾ ਡਿਲੀਬਰੇਟ ਐਕਟ ਹੈ, ਔਰ ਜਾ ਕੇ ਸਰੋਵਰ ਦੇ ਕੰਢੇ ਤੇ ਬੈਠਣਾ ਵੀ ਡਿਲੀਬਰੇਟ ਐਕਟ ਹੈ। ਉਹਦੇ ਵਿੱਚ ਕੋਈ ਐਕਸੀਡੈਂਟ ਤਾਂ ਹੈ ਨਹੀਂ। ਹੁਣ ਉਸ ਨੂੰ ਕਿਸੇ ਨੇ ਇਨਕਰੇਜ ਕੀਤਾ ਹੈ ਤਾਂ ਉਹ ਗਈ ਹੈ। ਤੁਹਾਨੂੰ ਨਹੀਂ ਲੱਗਦਾ ਉਸ ਜਿੰਦੀ ਸ਼ਰਧਾ ਹੈ, ਜਿਹੜਾ ਜਾਇਜ਼ ਬੰਦਾ ਹੈ, ਉਹਨੂੰ ਵੀ ਲੋਕੀ ਸ਼ੱਕ ਦੀ ਨਜ਼ਰ ਨਾਲ ਦੇਖਣਗੇ? ਹਰੇਕ ਬੰਦੇ ਨੇ ਇਸੇ ਤਰੀਕੇ ਨਾਲ ਕਿਤੇ ਹੋਣੇ ਇਹ ਹੋ ਜਾਂਦਾ ਨਹੀਂ। 500 ਸਾਲਾਂ ਦੇ ਵਿੱਚ ਕਦੇ ਕਿਸੇ ਨੇ ਕਿਸੇ ਤੇ ਸ਼ੱਕ ਨਹੀਂ ਕੀਤਾ। ਦਰਬਾਰ ਸਾਹਿਬ ਦੇ ਵਿੱਚ ਇੰਨੇ ਲੋਕ ਜਾਂਦੇ ਨੇ, ਕਦੇ ਕਿਸੇ ਨੇ ਸ਼ੱਕ ਦੀ ਨਿਗਾਹ ਨਾਲ ਕਿਸੇ ਨੂੰ ਵੇਖਿਆ? ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ? ਸਵਾਲ ਸਭ ਤੋਂ ਵੱਡਾ ਆਉਂਦਾ ਹੈ, ਜੇ ਡਿਪਰੈਸ਼ਨ 'ਚ ਵੀ ਸੀ ਤਾਂ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ ਦਿਖਿਆ? ਜੇ ਕਿਸੇ ਕੋਈ ਮੈਂਟਲੀ ਰਿਟਾਰਡਡ ਹੁੰਦਾ ਤਾਂ ਉਹਨੂੰ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ ਦਿਖਦਾ? ਬੇਅਦਬੀਆਂ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ ਹੁੰਦੀਆਂ ਨੇ? ਜੀ ਮੰਦਿਰ ਦੇ ਵਿੱਚ ਜਾਂਦਾ ਦੇਖਿਆ ਕਦੇ ਕੋਈ ਸਿੱਖ ਮੰਦਿਰ ਦੇ ਵਿੱਚ ਜਾ ਕੇ ਬੇਅਦਬੀ ਕਰਦਾ ਦੇਖਿਆ? ਔਰ ਨਾ ਹੀ ਉਹ ਸਿੱਖ ਹੋ ਸਕਦਾ ਜਿਹੜਾ ਜਾ ਕੇ ਕਿਸੇ ਧਰਮ ਦੀ ਬੇਅਦਬੀ ਕਰਦਾ ਹੋਵੇ। ਹਰ ਸਿੱਖ ਦਾ ਫਰਜ਼ ਹੈ ਹਰ ਧਰਮ ਦਾ ਅਦਬ ਕਰਨਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਰਿੰਦਰ ਸਿੰਘ ਤੇ ਤੁਸੀਂ ਵੇਖ ਰਹੇ ਹੋ ਨਜ਼ਰੀਆ ਬਿਯੋਂਡ ਦਾ ਵੇ। ਜੀ ਹਾਂ, ਅੱਜ ਨਜ਼ਰ ਰਾਜਪੁਰੇ ਵਾਲੇ ਪਾਸੇ ਰਹੇਗੀ ਕਿਉਂਕਿ ਰਾਜਪੁਰਿਓਂ ਇੱਕ ਮੰਦਭਾਗੀ ਘਟਨਾ ਘਟੀ ਹੈ। ਇੱਕ ਬੇਅਦਬੀ, ਫਿਰ ਉੱਥੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕ ਨੌਜਵਾਨ ਬੂਟ ਪਾ ਕੇ ਤੇ ਨੰਗੇ ਸਿਰ ਗੁਰਦੁਆਰਾ ਸਾਹਿਬ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਤੇ ਉੱਥੇ ਫਿਰ ਸੰਗਤਾਂ ਵੱਲੋਂ ਰੋਕ ਦਿੱਤਾ ਜਾਂਦਾ ਹੈ ਤੇ ਬਾਅਦ ਦੇ ਵਿੱਚ ਫਿਰ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਹ ਪਹਿਲੀ ਘਟਨਾ ਹੀ ਨਹੀਂ, ਹਾਲੇ 2 ਦਿਨ ਪਹਿਲਾਂ ਪਟਿਆਲੇ ਤੋਂ ਹੀ ਦੁੱਖ ਨਿਵਾਰਨ ਸਾਹਿਬ ਤੋਂ ਇੱਕ ਐਸੇ ਤਰੀਕੇ ਦੀ ਇੱਕ ਬੇਅਦਬੀ ਘਟਨਾ ਘਟਦੀ ਹੈ ਜਿਸ ਦੇ ਵਿੱਚ ਉਸ ਔਰਤ ਦਾ ਫਿਰ ਕਤਲ ਵੀ ਹੋ ਜਾਂਦਾ। ਇਸੇ ਦੀ ਚਰਚਾ ਕਰਾਂਗੇ ਕਿ ਆਖਰ ਇੰਨੀਆਂ ਬੇਅਦਬੀ ਦੀਆਂ ਘਟਨਾ ਕਿਉਂ ਹੋ ਰਹੀਆਂ ਨੇ, ਸਮਾਜ ਕਿੱਧਰ ਜਾ ਰਿਹਾ ਹੈ, ਕਿਹੜੀ ਸੋਚ, ਕਿਹੜੀ ਪ੍ਰਵਿਰਤੀ ਦੇ ਵਿੱਚ ਹੁਣ ਰਹਿ ਰਹੇ ਹਾਂ। ਮੇਰੇ ਨਾਲ ਜੁੜਨਗੇ ਸਿੱਖ ਬੁੱਧੀਜੀਵੀ ਗੁਰਤੇਜ ਸਿੰਘ ਜੀ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਗੁਰਤੇਜ ਜੀ। ਸਤਿ ਸ਼੍ਰੀ ਅਕਾਲ ਜੀ।
ਗੁਰਤੇਜ ਜੀ ਕਿਵੇਂ ਦੇਖਦੇ ਹੋ, ਕਿਉਂਕਿ ਬੈਕ ਟੂ ਬੈਕ ਇਹੋ ਜਿਹੀਆਂ ਘਟਨਾਵਾਂ ਹੋਣੀਆਂ, ਕਿਵੇਂ ਦੇਖਦੇ ਹੋ ਇਸ ਨੂੰ? ਸੁਰਿੰਦਰ ਜੀ, ਗੱਲ ਇਹ ਹੈਗੀ ਕਿ ਜਿਹੜੀ ਇੱਥੋਂ ਦੀ ਸੱਭਿਆਚਾਰਕ ਬਹੁ ਗਿਣਤੀ ਹੈ ਉਹ ਇਹਨਾਂ ਗੱਲਾਂ ਨੂੰ ਅਪਰੂਵ ਕਰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਨਾਲ, ਔਰ ਲੋਕ ਜਿਹੜੇ ਇਹ ਸਮਝਣ ਵੀ ਇਹਨਾਂ ਦੇ ਨਾਲ ਅਸੀਂ ਬਣਾ ਕੇ ਰੱਖਣੀ ਹੈ, ਉਹ ਲੋਕ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਨੇ। ਮੁਮਕਿਨ ਹੈ ਕਿ ਉਹਨਾਂ ਲੋਕਾਂ ਨੂੰ, ਮੈਨੂੰ ਜਿਸ ਤਰ੍ਹਾਂ ਜਾਪਦਾ ਹੈ ਬਾਹਰ ਬੈਠੇ ਨੂੰ, ਕਿ ਇਹਨਾਂ ਲੋਕਾਂ ਨੂੰ ਕੁਛ ਨਾ ਕੁਛ ਆਫਰ ਕੀਤਾ ਜਾਂਦਾ ਹੈ, ਜਾਂ ਪੈਸੇ ਜਾਂ ਕੋਈ ਲਾਲਚ ਜਾਂ ਕੋਈ ਇਸ ਕਿਸਮ ਦਾ ਦਿੱਤਾ ਜਾਂਦਾ ਹੈ, ਔਰ ਇਹ ਲੋਕ ਫਿਰ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਾਂ ਸੱਭਿਆਚਾਰਕ ਬਹੁ ਗਿਣਤੀ ਦੇ ਖੁਸ਼ਨੂਦੀ ਹਾਸਲ ਕਰਨ ਵਾਸਤੇ ਮੈਨੂੰ ਚੰਗਾ ਕਹਿਣਗੇ, ਤੇ ਇਹ ਇਸ ਤਰ੍ਹਾਂ ਦੀ ਪ੍ਰਵਿਰਤੀ ਦੇ ਵਿੱਚ ਇਹ ਲੋਕ ਉੱਥੇ ਜਾਂਦੇ ਨੇ। ਤੇ ਇੱਕ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਤੁਸੀਂ ਦੇਖ ਰਹੇ ਹੋ, ਆਪਾਂ ਸਾਰਿਆਂ ਨੂੰ ਅਫਸੋਸ ਹੈ ਇਸ ਦੇ ਬਾਰੇ। ਜਿੰਨੇ ਵੀ ਸਤਬੁੱਧੀ ਲੋਕ ਹੋਣਗੇ, ਚਾਹੇ ਕਿਸੇ ਧਰਮ ਦੇ ਵੀ ਹੋਣਗੇ, ਉਹਨਾਂ ਸਾਰਿਆਂ ਨੂੰ ਇਹ ਬੁਰਾ ਲੱਗਦਾ ਹੈ। ਲੇਕਿਨ ਇਹ ਲੋਕ, ਕੁਝ ਲੋਕ ਇਹਨਾਂ ਨੂੰ ਸਪੋਰਟ ਕਰਦੇ ਆ, ਇਹਨਾਂ ਨੂੰ ਫੀਡ ਕਰਦੇ ਆ, ਔਰ ਇਹਨਾਂ ਨੂੰ ਉਧਰਲੇ ਪਾਸੇ ਤੋਰਦੇ ਆ। ਵਰਨਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਿਹੜਾ ਵੀ ਕੋਈ ਸਮਝ ਨਾ ਹੋਵੇ ਉਹ ਸਿੱਧਾ ਹੀ ਗੁਰਦੁਆਰੇ ਜਾਂਦਾ ਹੈ, ਨਾ ਮੰਦਿਰ ਦੇ ਵਿੱਚ ਜਾਂਦਾ, ਨਾ ਮਸਜਿਦ ਦੇ ਵਿੱਚ ਜਾਂਦਾ ਹੈ, ਨਾ ਕਿਤੇ ਹੋਰ ਜਾਂਦਾ ਹੈ, ਸਿੱਧਾ ਗੁਰਦੁਆਰੇ ਜਾਂਦਾ ਹੈ ਇਸ ਕੰਮ ਵਾਸਤੇ। ਇਹ ਤਾਂ ਕੋਈ ਮੰਦਬੁੱਧੀ ਲੋਕ ਆਪਾਂ ਬਥੇਰੇ ਦੇਖੇ ਹੈ, ਉਹ ਤਾਂ ਅਗਰੈਸਿਵ ਹੁੰਦੇ ਨਹੀਂ ਬਹੁਤੇ, ਉਹ ਤਾਂ ਡੋਸਾਈਲ ਜੇ ਹੁੰਦੇ ਨੇ। ਸਾਡੇ ਪਿੰਡ ਵੀ ਇੱਕ ਹੈ ਵਿਚਾਰਾ। ਇੱਕ ਚੀਜ਼ ਤੁਸੀਂ ਜ਼ਿਕਰ ਕੀਤਾ, ਬਹੁਤ ਕੀਤੀ, ਪਰ ਇੱਥੇ ਅਗਰ ਪਿਛਲੀ ਘਟਨਾ ਦਾ ਜ਼ਿਕਰ ਕਰੀਏ ਤਾਂ ਉਸ ਔਰਤ ਦਾ ਨਾਮ ਪਰਮਿੰਦਰ ਕੌਰ ਸੀ। ਜੇ ਮੋਰਿੰਡਾ ਵਾਲੀ ਘਟਨਾ ਦਾ ਜ਼ਿਕਰ ਕਰੀਏ, ਉਹ ਵੀ ਸਿੱਖ ਮਤਲਬ ਭਾਈਚਾਰੇ ਤੋਂ ਬਿਲੋਂਗ ਕਰਦਾ ਸੀਗਾ। ਉੱਥੇ ਤਾਂ ਉਹਨਾਂ ਨੂੰ ਮਰਿਆਦਾ ਦਾ ਵੀ ਪਤਾ ਹੈ। ਹੁਣ ਪਰਮਿੰਦਰ ਕੌਰ ਨੂੰ ਨਹੀਂ ਪਤਾ ਕੀ ਮਰਿਆਦਾ ਹੁੰਦੀ ਹੈ ਗੁਰਦੁਆਰਾ ਸਾਹਿਬ, ਤੇ ਕੀ ਉਹ ਜਿਹੜਾ ਮੋਰਿੰਡਾ ਜਿਹੜੀ ਬੇਅਦਬੀ ਦੀ ਘਟਨਾ ਹੁੰਦੀ ਹੈ ਉਹਨੂੰ ਨਹੀਂ ਪਤਾ ਸੀ ਕੀ ਮਰਿਆਦਾ ਹੁੰਦੀ ਹੈ ਜੀ। ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਇਹਨਾਂ ਲੋਕਾਂ ਨੂੰ ਪਤਾ ਹੋਣਾ ਹੈ, ਸਾਰਾ ਕੁਝ ਠੀਕ ਹੈ, ਲੇਕਿਨ ਉਹ ਲੋਕ ਜਾਂਦੇ ਨੇ, ਕਿਸੇ ਦੇ ਭੇਜੇ ਹੋਏ ਜਾਂਦੇ ਨੇ, ਕਿਸੇ ਲਾਲਚ ਦੇ ਵਿੱਚ ਜਾਂਦੇ ਨੇ। ਵਰਨਾ ਉਹਨਾਂ ਨੂੰ ਉੱਥੇ ਜਾਣ ਦੀ ਕਿਹੜੀ ਲੋੜ ਹੈ? ਜਦੋਂ ਉਹਨਾਂ ਨੂੰ ਪਤਾ ਹੈ ਵੀ ਆਹ ਸਾਰਾ ਕੁਝ ਹੋਣਾ ਹੈ, ਤੇ ਹੁਣ ਤਾਂ ਕੌਨਸੀਕੁਐਂਸਸ ਵੀ ਪਤਾ ਲੱਗਣ ਲੱਗ ਪਈਆਂ ਵੀ ਕੌਨਸੀਕੁਐਂਸਸ ਵੀ ਇਸ ਦੀਆਂ ਬੜੀਆਂ ਮਾੜੀਆਂ ਹੋਣੀਆਂ ਨੇ, ਤੇ ਲੇਕਿਨ ਉਸ ਦੇ ਬਾਵਜੂਦ ਜਾਂਦੇ ਨੇ। ਤਾਂ ਇਹਦਾ ਮਤਲਬ ਇਹ ਹੈਗਾ ਕਿ ਉਹ ਇਸ ਚੀਜ਼ ਦੇ ਉੱਤੇ ਡਿਪੈਂਡ ਕਰ ਰਹੇ ਨੇ ਕਿ ਸਾਨੂੰ ਕੋਈ ਨਾ ਕੋਈ ਬਚਾ ਲਏਗਾ, ਸਾਨੂੰ ਕੋਈ ਇਸ ਦੇ ਵਿੱਚ ਫਾਇਦਾ ਹੋਏਗਾ, ਤਾਂ ਹੀ ਉਹ ਜਾਂਦੇ ਨੇ। ਔਰ ਉਸ ਦੇ ਵਿੱਚ ਸਿਰਫ ਇੱਕੋ ਹੀ ਗੱਲ ਹੈ ਕਿ ਕੋਈ ਲੋਕ ਜਿਹੜੇ ਚਾਹੁੰਦੇ ਨੇ ਕਿ ਇੱਥੇ ਪੰਜਾਬ ਦੇ ਵਿੱਚ ਗੜਬੜ ਹੋਵੇ, ਔਰ ਇਹ ਸਿੱਖ ਤਾਂ ਮੇਰੇ ਖਿਆਲ 'ਚ ਨਹੀਂ ਚਾਹ ਸਕਦੇ ਵੀ ਜਿਹੜੇ ਸਾਡੇ ਸਿਆਸਤਦਾਨ ਹੋਣਗੇ ਬਈ ਇਸ ਤਰ੍ਹਾਂ ਦੇ ਮਸਲੇ ਨੂੰ ਉਭਾਰ ਕੇ ਤੇ ਗੜਬੜ ਕੀਤੀ ਜਾਵੇ। ਇਸ ਦਾ ਮਤਲਬ ਹੈ ਕਿ ਕੋਈ ਹੋਰ ਸ਼ਕਤੀ ਹੈ ਜਿਹੜੀ ਕਿ ਸੱਭਿਆਚਾਰਕ ਬਹੁ ਗਿਣਤੀ ਦੇ ਨਾਲ ਸੰਬੰਧਿਤ ਹੈ, ਔਰ ਇਹੀ ਸ਼ਕਤੀ ਇਹਨਾਂ ਨੂੰ ਭੇਜ ਰਹੀ ਹੈ। ਇਹ ਹੁਣ ਇਸ ਤੋਂ ਇਲਾਵਾ ਕੋਈ ਹੋਰ ਕਨਕਲੂਜਨ ਹੋ ਨਹੀਂ ਸਕਦਾ। ਨਹੀਂ ਗੁਰਤੇਜ ਜੀ, ਕਿਤੇ ਇਹ ਤਾਂ ਨਹੀਂ ਕਿ ਜਿਵੇਂ ਸੋਸ਼ਲ ਮੀਡੀਆ ਤੇ ਅਸੀਂ ਸੋਸ਼ਲ ਤਾਂ ਬਹੁਤ ਹੈਗੇ ਆ, ਪਰ ਆਈਡਲੀ ਦੇਖਿਆ ਜਾਵੇ ਤਾਂ ਅਸੀਂ ਆਈਸੋਲੇਟ ਹੋ ਗਏ ਆ। ਸਾਡੇ ਸੋਸ਼ਲ ਮੀਡੀਆ ਦੇ ਤਾਂ ਫਰੈਂਡਸ 5000 ਹੋਣਗੇ, ਉਹ ਸ਼ਾਇਦ 4 ਵੀ ਨਹੀਂ ਹੋਣਗੇ। ਤਾਂ ਸ਼ਾਇਦ ਉਹ ਫਰਸਟ੍ਰੇਸ਼ਨ ਲੈਵਲ, ਉਹ ਡਿਪਰੈਸ਼ਨ, ਅਸੀਂ ਸ਼ਾਇਦ ਉਸ ਦੌਰ ਦੇ ਵਿੱਚੋਂ ਨਿਕਲ ਰਹੇ ਹਾਂ ਕਿ ਸਾਨੂੰ ਸਮਝ ਹੀ ਨਹੀਂ। ਤਾਂ ਕਿਤੇ ਨਾ ਕਿਤੇ ਉਹ ਚੀਜ਼ ਪਾਰਟ ਨਹੀਂ ਤੁਹਾਨੂੰ ਲੱਗਦਾ? ਨਹੀਂ, ਇਹ ਦੇਖੋ 30-35 ਸਾਲ ਦੀ ਕੁੜੀ ਸੀਗੀ, 20-25 ਸਾਲ ਦਾ ਮੁੰਡਾ ਸੀਗਾ। ਇਹਨਾਂ ਨੂੰ ਕਿਹੜੇ ਇਸ ਤਰ੍ਹਾਂ ਦੇ ਕਿਹੜੀ ਸਮਝ ਹੈ ਜਿਹੜੀ ਨਹੀਂ ਹੋ ਸਕਦੀ, ਤੇ ਉਹ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋਣ, ਜਾ ਕੇ ਹੁਣ ਸਰੋਵਰ ਦੇ ਕੰਢੇ ਬੈਠ ਕੇ ਸ਼ਰਾਬ ਪੀਣੀ, ਜਾਂ ਜਾ ਕੇ ਇਸ ਤਰ੍ਹਾਂ ਕੋਸ਼ਿਸ਼ ਕਰਨੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਦਰਬਾਰ ਸਾਹਿਬ ਦੇ ਅੰਦਰ ਜੁੱਤੀਆਂ ਪਾ ਕੇ ਜਾਣ ਦੀ ਕੋਸ਼ਿਸ਼ ਕਰਨੀ। ਉਧਰਲੇ ਪਾਸੇ ਉਹ ਬੀਬੀ ਜਿਹੜੀ ਦੂਸਰੀ ਸੀਗੀ ਅੰਮ੍ਰਿਤਸਰ ਦੇ ਵਿੱਚ, ਉਸਨੇ ਵੀ ਬਾਅਦ ਦੇ ਵਿੱਚ ਮਾਫੀ ਮੰਗੀ, ਖੈਰ ਗੱਲ ਟਲ ਗਈ, ਲੇਕਿਨ ਉਹ ਵੀ ਇੱਕ ਡਿਲੀਬਰੇਟ ਐਕਟ ਸੀ। ਇਹ ਡਿਲੀਬਰੇਟ ਐਕਟ ਸਨਗੀਆਂ, ਇਹ ਕੋਈ ਕਿਸੇ ਦੀ ਜਾਂ ਤਾਂ ਕਿਸੇ ਦੀਆਂ ਸਪਾਂਸਰਡ ਹੋਣਗੀਆਂ, ਔਰ ਮੈਂ ਸਮਝਦਾ ਕਿ ਇਹ ਸਪਾਂਸਰਡ ਸਾਰੀਆਂ ਚੱਲ ਰਹੀਆਂ ਨੇ। ਇਸ ਤੋਂ ਬਿਨਾਂ ਕੋਈ ਮੂਰਖ ਐਸਾ ਨਹੀਂ ਹੋ ਸਕਦਾ ਕਿ ਉਹ ਜਾਣਦਾ ਨਾ ਹੋਵੇ, ਸਮਝ ਨਾ ਹੋਵੇ ਉਸ ਨੂੰ, ਔਰ ਉਹ ਇਸ ਤਰ੍ਹਾਂ ਦੀ ਮਸ਼ਹੂਰੀ ਚਾਹੁੰਦਾ ਹੋਵੇ। ਅੱਜ ਕੱਲ੍ਹ ਤਾਂ ਤੁਸੀਂ ਦੇਖ ਰਹੇ ਹੋ ਵੀ ਹੋਰ ਬਥੇਰੇ ਤਰੀਕੇ ਹੋਣਗੇ, ਆਹ ਸਟੰਟਸ ਵਗੈਰਾ ਕਰਦੇ ਨੇ ਸੋਸ਼ਲ ਮੀਡੀਆ ਤੇ ਹੋਰ ਕਿਸੇ ਕਿਸਮ ਦੀਆਂ ਗੱਲਾਂ ਬਾਤਾਂ ਚੱਲਦੀਆਂ, ਲੇਕਿਨ ਆਹ ਨਹੀਂ ਹੁੰਦਾ।
ਕਿ ਜੀ ਤੁਸੀਂ ਜਾ ਕੇ ਕਿਸੇ ਮੰਦਿਰ ਦੇ ਵਿੱਚ ਬੇਅਦਬੀ ਕਰੋ ਜਾਂ ਤੁਸੀਂ ਫਲਾਨੀ ਜਗ੍ਹਾ ਤੇ, ਔਰ ਸਿੱਧਾ ਗੁਰਦੁਆਰੇ ਦੇ ਵਿੱਚ ਜਾਂਦੇ ਨੇ। ਸਿਰਫ ਇਹੋ ਹੀ ਇੱਕ ਜਗ੍ਹਾ ਮਿਲਦੀ ਹੈ ਉਹਨਾਂ ਨੂੰ ਇਹ ਆਪਣੀ ਫਰਸਟ੍ਰੇਸ਼ਨ ਨੂੰ ਕੱਢਣ ਵਾਸਤੇ। ਇਹ ਪੋਸੀਬਲ ਨਹੀਂ ਹੈ ਔਰ ਇਹ ਲਗਾਤਾਰ ਹੋ ਰਿਹਾ ਹੈ। ਜਾਂ ਤਾਂ ਇਸ ਦੇ ਵਿੱਚ ਕੋਈ ਹੋਵੇ, ਚਲੋ ਇੱਕ ਅੱਧੀ ਵਾਰੀ ਹੋ ਗਿਆ ਕਿਸੇ ਨੂੰ, ਆਪਾਂ ਇਹ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਤੁਹਾਡਾ ਸੋਸ਼ਲ ਮੀਡੀਆ ਤੇ ਤੁਸੀਂ ਕਹਿੰਦੇ ਹੋ ਵੀ ਇਹ ਫਰਸਟ੍ਰੇਟਡ ਲੋਕ ਹੋਣਗੇ ਤੇ ਇਹਨਾਂ ਨੂੰ ਸਮਝ ਨਹੀਂ ਇਸ ਤਰ੍ਹਾਂ ਦੀ। ਇਹ ਇੱਕ ਅੱਧਾ ਇਨਸੀਡੈਂਟ ਤਾਂ ਇਸ ਤਰ੍ਹਾਂ ਦਾ ਹੋ ਸਕਦਾ ਹੈ, ਇੱਕ ਅੱਧਾ ਬੰਦਾ ਇਹਨਾਂ 'ਚ ਹੋ ਸਕਦਾ ਹੈ, ਲੇਕਿਨ ਲਗਾਤਾਰ ਰੈਗੂਲਰ ਇੰਟਰਵਲ ਦੇ ਉੱਤੇ ਬਾਰ-ਬਾਰ ਇਹਨਾਂ ਲੋਕਾਂ ਦਾ ਆਉਣਾ ਇਹ ਦੱਸਦਾ ਹੈ ਕਿ ਕੋਈ ਇਹਨਾਂ ਨੂੰ ਭੇਜ ਰਿਹਾ ਹੈ। ਚਲੋ ਗੁਰਤੇਜ ਜੀ, ਜਿਹਨੇ ਬੇਅਦਬੀ ਕੀਤੀ ਹੈ ਉਹਨਾਂ ਦਾ ਪਰਿਵਾਰ ਸਾਹਮਣੇ ਆਇਆ, ਆਓ ਤੁਹਾਨੂੰ ਸੁਣਾ ਦਿੰਦੇ ਹਾਂ ਉਹਦੀ ਮਾਤਾ ਦਾ ਕੀ ਕਹਿਣਾ। ਤੁਹਾਡਾ ਕੀ ਨਾਮ ਹੈ ਜੀ? ਮੰਜੂ ਵਾਲੇ ਮੈਮ ਇਹ ਜਿਹੜੀ ਅੱਜ ਘਟਨਾ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਸੀ ਬੇਟਾ ਮੇਰਾ। ਤੇ ਇਹ ਕੀ ਹੋਇਆ ਵਾਪਰਾ, ਕੁਝ ਪਤਾ ਜੀ ਕਿਸ ਤਰ੍ਹਾਂ? ਬੇਟਾ ਸ਼ੁਰੂ ਤੋਂ ਹੀ ਜਾਂਦਾ ਸੀ ਗੁਰਦੁਆਰੇ, ਲੇਕਿਨ ਇਹ ਥੋੜਾ ਡਿਪਰੈਸ਼ਨ 'ਚ ਸੀ। ਠੀਕ ਹੈ ਜੀ। ਥੋੜਾ ਇਹਨੂੰ ਟੈਨਸ਼ਨ ਜੀ ਰਹਿੰਦੀ ਸੀ, ਐਵੇਂ ਮਤਲਬ ਡਿਪਰੈਸ਼ਨ 'ਚ ਸੀਗਾ ਤੇ ਦਵਾਈ ਚੱਲ ਰਹੀ ਸੀ। ਇਹ 2-3 ਦਿਨਾਂ ਤੋਂ ਦਵਾਈ ਨਹੀਂ ਖਾ ਰਿਹਾ ਸੀ, ਹਾਂਜੀ। ਤਾਂ ਕਰਕੇ ਇਹਨੂੰ ਕੁਝ ਸਮਝ ਨਹੀਂ ਆ ਰਹੀ ਸੀ। ਜਿਸ ਤਰ੍ਹਾਂ ਕਹਿੰਦੇ ਕਾਫੀ ਅੱਛੀ ਜੋਬ ਵੀ ਕਰਦਾ ਬੇਟਾ ਤੁਹਾਡਾ ਹਾਂ ਤੇ ਜੋਬ ਹੈ, ਇੰਡੀਆ ਮੈਂ ਸਭ ਕੁਝ ਲਿਖਵਾਇਆ, ਪੀਪਲ ਪੋਰਟਲ ਨੇ ਆਪਣੀ ਫਰਮ ਬਣਾਈ ਹੋਈ ਹੈ। ਠੀਕ ਹੈ ਇਹ ਤਾਂ ਜੀ। ਸਟੇਟਸ ਪਾਉਂਦਾ ਲੋਕਾਂ ਨੂੰ ਕਿ ਤੁਸੀਂ ਸ਼ਰਾਬ ਛੋੜ ਦਿਓ, ਸ਼ਰਾਬ ਨਹੀਂ ਪੀਣੀ ਤੁਸੀਂ। ਹਾਂਜੀ। ਉਸ ਕਈ ਲੋਕਾਂ ਨੇ ਫੋਲੋ ਵੀ ਕਰਿਆ ਇਹਨੂੰ। ਠੀਕ ਹੈ ਜੀ। ਹਾਂ ਤੇ ਪਹਿਲਾਂ ਵੀ ਗੁਰਦੁਆਰੇ ਜਾਂਦਾ ਸੀ ਇਸ ਤਰ੍ਹਾਂ ਜੀ? ਇਹ ਜਦੋਂ ਵੀ ਇਹਨੂੰ ਦਿੱਕਤ ਹੁੰਦੀ ਹੈ ਗੁਰਦੁਆਰੇ ਜਾਂਦਾ, ਵੈਸੇ ਵੀ ਗੁਰਦੁਆਰੇ ਜਾਂਦਾ। ਕੋਈ ਵੀ ਇਹਨੂੰ ਹੋਵੇ ਨਾ, ਮਤਲਬ ਕੋਈ ਇਹਦੀ ਮਨ 'ਚ ਕੋਈ ਵੀ ਇਹਦੀ ਮਤਲਬ ਇੱਛਾ ਹੋਵੇ, ਇਹ ਜਦੋਂ ਕਦੇ ਮੰਦਿਰ 'ਚ ਨਹੀਂ ਗਿਆ ਜਾਂਦਾ, ਹਮੇਸ਼ਾ ਗੁਰਦੁਆਰੇ ਹੀ ਹੈ। ਅੱਛਾ ਜੀ। ਪਿਛਲੀ ਵਾਰੀ ਵੀ ਇਹਨੂੰ ਪ੍ਰੋਬਲਮ ਹੋਈ ਸੀ ਤਾਂ ਅਸੀਂ ਦੇਗ ਚੜ੍ਹਾ ਕੇ ਆਏ ਹਾਂ। ਪਾਕੀ ਸਾਹਿਬ ਕੋਲ ਇਹਦੇ ਵਾਸਤੇ ਸਪੈਸ਼ਲ ਪੈਸੇ ਦੇ ਕੇ ਉਹਨਾਂ ਨੂੰ ਮਤਲਬ ਚੜ੍ਹਾ ਕੇ ਅਸੀਂ ਇਹਦੇ ਨਾਮ ਦੀ ਦੇਗ ਕਰਵਾਈ ਹੈ। ਹਾਂਜੀ। ਤਾਂ ਫਿਰ ਇਹ ਠੀਕ ਹੋ ਗਿਆ ਸੀ। ਠੀਕ ਵੀ ਗੁਰਦੁਆਰੇ 'ਚ ਹੀ ਹੁੰਦਾ ਸੀ। ਅੱਛਾ ਜੀ। ਅੱਜ ਇਹਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ, ਕਿਉਂਕਿ 2-3 ਦਿਨ ਤੇ ਬੇਟਾ ਹੈ ਨਹੀਂ ਸੀ ਮੇਰਾ ਛੋਟਾ। ਦਵਾਈ ਇਹ ਮੈਂ ਕਵਾਂ ਤਾਂ ਮੈਨੂੰ ਮਤਲਬ ਹਾਵੀ ਹੋ ਜਾਂਦਾ ਸੀ ਮੇਰੇ ਤੇ, ਦਵਾਈ ਨਹੀਂ ਖਾਂਦਾ ਸੀ। ਇਹਨੇ 2-3 ਦਿਨ ਦਵਾਈ ਨਹੀਂ ਖਾਈ ਤਾਂ ਕਰਕੇ ਇਹਨੂੰ ਜ਼ਿਆਦਾ ਪ੍ਰੋਬਲਮ ਹੋ ਗਈ। ਇਹ ਦਵਾਈ ਕਿਸ ਚੀਜ਼ ਦੀ ਖਾ ਰਿਹਾ ਸੀਗਾ? ਡਿਪਰੈਸ਼ਨ 'ਚ ਹੈ ਨਾ ਦਵਾਈ, ਤਾਂ ਫਿਰ ਹਸਪੀਟਲ ਚੱਲਦੀ ਹੈ ਇਹਦੀ ਦਵਾਈ, ਪਟਿਆਲੇ ਚੱਲਦੀ ਹੈ ਦਵਾਈ। ਪਟਿਆਲੇ ਚੱਲ ਰਹੀ ਹੈ? ਕਿੰਨੀ ਦੇਰ ਤੋਂ ਖਾ ਰਹੇ ਨੇ? ਇਹ ਹੋਈ ਤਾਂ ਇਹਨੂੰ 2017 ਤੋਂ ਹੈ, ਲੇਕਿਨ ਇਹਦੇ 'ਚ ਨਾ ਵਿਲ ਪਾਵਰ ਬਹੁਤ ਹੈ। ਇਹ ਕਹਿੰਦਾ ਕਿ ਮੈਂ ਆਪਣੇ ਆਪ ਹੀ ਸਿਮਰਨ ਕਰਕੇ ਮੈਂ ਠੀਕ ਹੋ ਜਾਵਾਂਗਾ, ਮੈਨੂੰ ਦਵਾਈ ਦੀ ਜ਼ਰੂਰਤ ਨਹੀਂ। ਅੱਛਾ, ਗੁਰਦੁਆਰੇ ਜਾ ਕੇ ਮੰਨਦਾ ਸਿਮਰਨ ਨਹੀਂ ਕਰਦਾ ਸੀ? ਇੱਕ ਜਿੱਦੀ ਹੈ ਬਸ, ਮੰਨਦਾ ਨਹੀਂ ਸੀ। ਗੁਰਦੁਆਰੇ ਜਾ ਕੇ ਜਾਂਦਾ ਸਿਮਰਨ ਕਰਦਾ ਸੀ? ਹਾਂ, ਨਾ ਘਰੇ ਵੀ ਕਰਦਾ ਸੀ ਸਿਮਰਨ। ਅੱਛਾ, ਸਿਮਰਨ ਕਰਦਾ ਘਰੇ ਉੱਚੀ ਉੱਚੀ ਵਾਹਿਗੁਰੂ ਕਰਨਾ ਹੈ। ਤੇ ਅੱਜ ਤੁਹਾਨੂੰ ਕਿਵੇਂ ਲੱਗਿਆ ਪਤਾ ਜਿਹੜੀ ਇਹ ਘਟਨਾ ਹੋਈ ਉਸ ਤੋਂ ਮੇਰੇ ਬਾਅਦ? ਕੋਲ ਤਾਂ ਕੋਈ ਆਏ ਹੈ ਗਲੇ 'ਚ ਕਹਿਣ ਵਾਸਤੇ। ਠੀਕ ਹੈ ਜੀ। ਕੋਈ ਆਏ ਆ ਕਹਿਣ ਵਾਸਤੇ, ਤਾਂ ਉਹਨਾਂ ਨੇ ਕਿਹਾ ਕਿ ਮਤਲਬ ਤੁਹਾਡੇ ਬੇਟੇ ਨੂੰ ਮਾਰ ਰਹੇ ਹਨ ਬਹੁਤ ਜ਼ਿਆਦਾ। ਠੀਕ ਹੈ। ਤਾਂ ਮੈਂ ਜਿਵੇਂ ਖੜੀ ਹਾਂ, ਮੈਂ ਗਈ ਹਾਂ ਹਾਂਜੀ ਅੱਗੇ। ਹਾਂਜੀ। ਤਾਂ ਮੈਂ ਮਤਲਬ ਉਹ ਕਹਿੰਦੇ ਤੁਸੀਂ ਨਾ ਜਾਓ, ਤੁਹਾਡੇ ਕੋਲ ਨਹੀਂ ਦੇਖਿਆ ਜਾਣਾ। ਠੀਕ ਹੈ। ਜਿਸ ਹਿਸਾਬ ਨਾਲ ਉਹ ਮਾਰ ਰਹੇ ਆ। ਹਾਂਜੀ ਹਾਂਜੀ। ਬਟ ਜਦੋਂ ਉਹਨੂੰ ਲੈ ਕੇ ਆਏ ਨਾ, 4 ਜਣੇ ਪਕੜ ਕੇ ਗੱਡੀ ਦੇ ਵਿੱਚ ਜਦੋਂ ਲੈ ਕੇ ਆਏ, ਉਸ ਤੋਂ ਬਾਅਦ ਮੇਰੇ ਕੋਲ ਕੰਟਰੋਲ ਨਹੀਂ ਹੋ ਰਿਹਾ। ਬੜਾ ਆਪਣੀ ਸਿਹਤ ਨੂੰ ਲੈ ਕੇ ਕਹਿੰਦਾ ਇੰਨਾ ਸੋਹਣਾ, ਇੰਨਾ ਤਿਆਰ ਹੋਇਆ ਹੋਇਆ ਹੈ, ਇਹਨੂੰ ਇਹ ਨਹੀਂ ਪਤਾ ਲੱਗਦਾ। ਜਦ ਤਿਆਰ ਹੋਇਆ ਉਹਨੂੰ ਨਹੀਂ ਪਤਾ ਲੱਗ ਰਿਹਾ ਕੁਝ। ਤੁਸੀਂ ਸਾਰੇ ਅਸੀਂ ਜਦੋਂ ਫੈਮਿਲੀ ਮੈਂਬਰਸ ਜਦੋਂ ਅਸੀਂ ਆ ਗਏ ਹਾਂ, ਤੁਸੀਂ ਸਾਡੀ ਗੱਲ ਤਾਂ ਸੁਣ ਲਓ। ਗੱਲ ਨਹੀਂ ਸੁਣੀ ਕਿਸੇ ਨੇ ਸਾਡੀ। ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ? ਮੇਰਾ ਬੇਟਾ ਠੀਕ ਹੋ ਜਾਵੇ ਬਸ, ਮੇਰੇ ਬੇਟੇ ਨੂੰ ਛੋੜ ਦੇ, ਮੈਨੂੰ ਕੁਝ ਨਹੀਂ ਚਾਹੀਦਾ ਹੋਰ। ਮੈਨੂੰ ਕੁਝ ਨਹੀਂ ਚਾਹੀਦਾ, ਮੇਰੇ ਬੇਟਾ ਠੀਕ ਹੋ ਜਾਵੇ ਬਸ, ਉਹਨੂੰ ਕੁਝ ਨਾ ਕਹਿ ਦੇ ਹੁਣ ਹੋਰ। ਜੀ ਲੱਗਦਾ ਬਾਈ ਜੀ? ਸਾਹਿਲ ਮੇਰਾ ਵੱਡਾ ਬ੍ਰਦਰ ਹੈ। ਹਾਂਜੀ, ਕੀ ਗੱਲ ਹੋਈ ਸੀ? ਕੀ ਇਦਾਂ ਦੱਸਿਆ ਜਾ ਰਿਹਾ ਕਿ ਅੱਜ ਦੀ ਘਟਨਾ ਹੋਈ ਹੈ? ਸਰ ਪਰਿਵਾਰ ਦਾ ਕੀ ਕਹਿਣਾ ਹੈ? ਤੁਸੀਂ ਕੀ ਮੈਂ ਸਭ ਤੋਂ ਪਹਿਲੇ ਤਾਂ ਜਿਹੜੀ ਵੀ ਗੱਲ ਹੋਈ ਹੈ, ਲੋਕ ਉੱਪਰ ਕਰਦੇ ਬੜੇ ਦਿਲੋਂ ਸਾਧ ਸੰਗਤ ਤੋਂ ਮੈਂ ਮਾਫੀ ਮੰਗਦਾ। ਅਸੀਂ ਗੁਰੂ ਘਰੇ ਜਾਂਦੇ ਹਾਂ, ਅਸੀਂ ਗੁਰੂ ਘਰੇ ਸੇਵਾ ਵੀ ਕਰਦੇ ਹਾਂ, ਅਸੀਂ ਪੂਰੇ ਤਨ ਮਨ ਧਨ ਨਾਲ ਗੁਰੂ ਘਰ ਨੂੰ ਫੋਲੋ ਕਰਦੇ ਹਾਂ ਜੀ। ਮੇਰਾ ਬ੍ਰਦਰ ਵੀ ਪੂਰੇ ਜਦ ਦਾ ਉਹ ਯੰਗ ਏਜ 'ਚ ਆਇਆ, ਉਹ ਗੁਰਦੁਆਰੇ ਨੂੰ ਹੀ ਫੋਲੋ ਕਰਦਾ, ਉਹ ਸੇਵਾ ਤੇ ਵੀ ਜਾਂਦਾ ਰਿਹਾ। ਮੈਂ ਤੁਹਾਨੂੰ ਪਿਕ ਦਊਂਗਾ, ਉਹਨੇ ਟੈਟੂ ਵਿੱਚ ਪਾ ਰੱਖਿਆ ਇੱਕ ਓਮਕਾਰ ਦਾ, ਇੱਕ ਉਹਦੇ ਹੱਥ ਤੇ ਹੈਗਾ, ਰਿਸਟ ਤੇ ਹੈ, ਇੱਕ ਉਹਦੇ ਹੱਥ ਤੇ ਹੈਗਾ ਇੱਕ ਓਮਕਾਰ ਦਾ ਟੈਟੂ। ਮਤਲਬ ਬਹੁਤ ਅੱਛੇ ਬੜੇ ਦਿਲ ਨਾਲ ਉਹ ਗੁਰਦੁਆਰੇ ਨੂੰ ਫੋਲੋ ਕਰਦਾ ਜੀ। ਬਟ ਕੁਝ ਰੀਸੈਂਟ ਟਾਈਮ ਤੋਂ ਲਾਸਟ 2-3 ਸਾਲ ਤੋਂ ਥੋੜਾ ਜਿਹਾ ਹੀ ਇਜ਼ ਇਨ ਡਿਪਰੈਸ਼ਨ, ਥੋੜਾ ਜਿਹਾ ਉਹਦਾ ਅਪਸੈਟ ਚੱਲ ਰਿਹਾ ਸੀਗਾ ਉਹ, ਜਿਹਦੀ ਵਜ੍ਹਾ ਨਾਲ ਉਹਦੀ ਦਵਾਈ ਵੀ ਚੱਲ ਰਹੀ ਸੀਗੀ। ਇਹ ਜਿਹੜੀ ਦਵਾਈ ਦੀ ਇਹ ਅਰਸ਼ਦੀਪ ਕਲੀਨਿਕ ਦਾ ਅਸੀਂ ਉੱਥੇ ਇੱਕ ਹਫ਼ਤਾ ਉਹਨੂੰ ਐਡਮਿਟ ਰੱਖਿਆ ਸੀਗਾ, ਜੋ ਟ੍ਰੀਟਮੈਂਟ ਦਾ ਪੂਰਾ ਅਰਸ਼ਦੀਪ ਕਲੀਨਿਕ ਦਾ ਤੁਸੀਂ ਰੈਫਰੈਂਸ ਵੀ ਲੈ ਸਕਦੇ ਹੋ। 2017 ਦੀ ਗੱਲ ਹੈ, 2018 ਦੇ ਵਿੱਚ ਵੀ ਪ੍ਰੋਬਲਮ ਹੋਈ ਸੀਗੀ। ਅੱਗੇ ਨੂੰ ਆ ਜਾਓ ਤੁਸੀਂ। ਬਟ ਅਸੀਂ ਸਿਰਫ ਉਹਨੂੰ ਘਰੇ ਹੀ ਟ੍ਰੀਟਮੈਂਟ ਦਿੱਤਾ, ਬਿਕੋਜ਼ ਉਹ ਉਸ ਚੀਜ਼ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਸੀਗਾ। ਸਿਰਫ ਉਹਦੀ ਮੈਡੀਸਿਨ ਚੱਲ ਰਹੀ ਸੀ ਕਿ ਲਾਸਟ ਇੱਕ ਹਫ਼ਤੇ ਤੋਂ ਥੋੜਾ ਜਿਹਾ ਪਰਸਨਲ ਪ੍ਰੋਬਲਮਸ ਕਰਕੇ ਜਾਂ ਬਿਜ਼ਨਸ ਦੀ ਪ੍ਰੋਬਲਮ ਕਰਕੇ ਉਹ ਆਪਣਾ ਇੱਕ ਸਰ ਉਹ ਜੌਬ ਕਰਦੇ ਨੇ, ਉਹ ਆਪਣਾ ਬਿਜ਼ਨਸ ਰਨ ਕਰਦਾ, ਉਹਦੀ ਆਪਣੀ ਕੰਪਨੀ ਹੈ, ਉਹਨੇ ਫਰਮ ਬਣਾ ਰੱਖੀ ਹੈ ਜੌਬ ਕੰਸਲਟੈਂਸੀ, ਔਰ ਬਹੁਤ ਅੱਛੇ ਤਰੀਕੇ ਤੋਂ ਰਨ ਵੀ ਕਰ ਰਿਹਾ ਹੈ। ਬਟ ਸਮ ਟਾਈਮਸ ਕਦੇ ਡਿਪਰੈਸ਼ਨ ਜਾਂ ਫਿਰ ਸਟ੍ਰੈਸ ਕਰਕੇ ਥੋੜਾ ਜਿਹਾ ਮਾਈਂਡ ਜਿਹੜਾ ਹੈ ਅਗਰੈਸਿਵ ਹੋ ਜਾਂਦਾ। ਐਗਰੈਸਿਵ ਵੀ ਨਹੀਂ ਹੁੰਦਾ, ਮੈਂ ਐਗਰੈਸਿਵ ਨਹੀਂ ਕਹਾਂਗਾ, ਜਿਵੇਂ ਘਰੇ ਬਹਿਸ ਕਰਨਾ। ਸਟੇਟ ਆਫ ਮਾਈਂਡ ਤੁਸੀਂ ਕਹੋਗੇ ਕਿ ਸਟੇਟ ਆਫ ਮਾਈਂਡ ਜਿਹੜੀ ਹੈ ਉਹ ਸਹੀ ਹੈ ਗਲਤ ਦਾ ਅੰਦਾਜ਼ਾ ਨਹੀਂ ਲੱਗਦਾ। ਜੀ।
ਐਗਰੈਸਿਵ ਨਹੀਂ ਹੁੰਦਾ, ਕੁਝ ਵੀ ਨਹੀਂ ਹੈ, ਸ਼ਾਂਤ ਹੋ ਜਾਂਦਾ ਬਿਲਕੁਲ। ਗੌਰਵ ਜੀ ਅੱਜ ਕਿਵੇਂ ਹੋਇਆ ਕਿ ਅੱਜ ਕੁਝ ਬਿਲਕੁਲ ਕਿਵੇਂ ਪਤਾ ਐਕਚੁਅਲੀ ਕੀ ਹੈ, ਜਦ ਵੀ ਉਹਨੂੰ ਇਹ ਪ੍ਰੋਬਲਮ ਹੁੰਦੀ ਹੈ ਉਹਨੂੰ ਇੱਕੋ ਹੀ ਘਰ ਦਿਖਦਾ ਕਿ ਮੈਂ ਗੁਰੂ ਘਰੇ ਜਾਊਂਗਾ। ਉਹ ਪਿੱਛੇ ਵੀ 2-3 ਸਾਲ ਦੀ ਜਦ ਮੈਂ ਗੱਲ ਕਰ ਰਿਹਾ, ਉਹ ਗੁਰੂ ਘਰੇ ਜਾਂਦਾ, ਸਵੇਰੇ ਸਵੇਰੇ ਉੱਥੇ ਮੱਥਾ ਟੇਕਦਾ, ਉੱਥੇ ਬੈਠਾ ਵੀ ਰਹਿੰਦਾ ਉਹ, ਕਿ ਉਹਨੂੰ ਪੀਸ ਮਿਲਦਾ ਉੱਥੇ, ਤੇ ਉਹਨੂੰ ਲੱਗਦਾ ਕਿ ਸਾਰੀ ਜਿੰਨੀ ਵੀ ਪਰੇਸ਼ਾਨੀ ਹੈ ਉੱਥੇ ਜਾ ਕੇ ਮੇਰੀ ਸਹੀ ਹੋ ਜਾਏਗੀ। ਬਟ ਇੱਕ ਮੰਦਭਾਗੀ ਘਟਨਾ ਹੈ ਕਿ ਅੱਜ ਸਾਧ ਸੰਗਤ ਦਾ ਦਿਲ ਦੁਖਿਆ ਇਸ ਚੀਜ਼ ਕਰਕੇ, ਇਸ ਕਰਕੇ ਅਸੀਂ ਪੂਰੇ ਪਰਿਵਾਰ ਤੋਂ ਅਸੀਂ ਮਾਫੀ ਮੰਗਦੇ ਹਾਂ, ਪੂਰੀ ਸਾਧ ਸੰਗਤ ਤੋਂ ਅਸੀਂ ਸਿੱਖ ਪਰਿਵਾਰ ਤੋਂ ਪੂਰੀ ਮਾਫੀ ਮੰਗਦੇ ਹਾਂ। ਅਸੀਂ ਉਨੀ ਇੱਜ਼ਤ ਕਰਦੇ ਹਾਂ ਗੁਰੂ ਘਰ ਦੀ, ਗੁਰੂ ਗ੍ਰੰਥ ਸਾਹਿਬ ਦੀ। ਅਸੀਂ ਸਾਡੇ ਘਰੇ ਤੁਸੀਂ ਦੇਖੋਗੇ ਉਹਨਾਂ ਦੇ, ਮੇਰੇ ਬ੍ਰਦਰ ਦੇ ਰੂਮ ਦੇ ਵਿੱਚ, ਮੈਂ ਤੁਹਾਨੂੰ ਫਿਰ ਫੋਟੋ ਦਿਖਾ ਦੂੰਗਾ, ਗੁਰੂ ਨਾਨਕ ਸਾਹਿਬ ਜੀ ਦੀ ਫੋਟੋ ਲੱਗੀ ਹੋਈ ਹੈ। ਉਹ ਸ਼ੁਰੂ ਤੋਂ ਹੀ ਸਿਰਫ ਗੁਰੂ ਘਰ ਨੂੰ ਹੀ ਮੰਨਦਾ ਹੈ। ਬਸ ਤੁਸੀਂ ਇਹ ਲਾ ਲਓ ਕਿ ਜਿਹਨੂੰ ਮੰਨਦਾ ਉਹ, ਉਹਨਾਂ ਕੋਲ ਜਾ ਕੇ ਉਹਨੇ ਆਪਣੀ ਪੱਖ ਰੱਖਣਾ ਚਾਹੁੰਦਾ ਸੀਗਾ, ਬਟ ਉਹ ਆਪਣੇ ਸਟੇਟ ਆਫ ਮਾਈਂਡ ਵਿੱਚ ਨਹੀਂ ਸੀਗਾ ਤਾਂ ਨਹੀਂ ਰੱਖ ਸਕਿਆ, ਤਾਂ ਇਸ ਤਰ੍ਹਾਂ ਦਾ ਹੋ ਗਿਆ, ਤਾਂ ਵੀ ਹੋਇਆ। ਇਸ ਕਰਕੇ ਜੇ ਅਸੀਂ ਫਿਰ ਵੀ ਦਿਲੋਂ ਜੇ ਕਿਸੇ ਵੀ ਸਾਧ ਸੰਗਤ ਨੂੰ ਬੁਰਾ। ਗੁਰਤੇਜ ਜੀ ਤੁਸੀਂ ਦੇਖਿਆ ਵੀ ਉਹਦੇ ਪਰਿਵਾਰ ਜਦ ਸਾਹਮਣੇ ਆਇਆ, ਉਹ ਸਾਰੇ ਉਹ ਤੱਥ ਪੇਸ਼ ਕਰਦਾ ਕਿ ਡਿਪਰੈਸ਼ਨ 'ਚ ਸੀ, ਹਾਲਾਂਕਿ ਗੁਰੂ ਸਾਹਿਬ ਮੰਨਦਾ ਸੀ, ਗੁਰਦੁਆਰਾ ਸਾਹਿਬ ਜਾਂਦਾ ਸੀ, ਆਪਦੇ ਵੱਲੋਂ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਵੀ ਨਹੀਂ ਇਹ ਉਸ ਤਰੀਕੇ ਨਾਲ ਨਾ ਲਿੱਤਾ ਜਾਵੇ ਕਿ ਵੀ ਇਹਨਾਂ ਨੇ ਬੇਅਦਬੀ ਕੀਤੀ ਹੈ। ਪਰ ਉਹ ਜਿੰਨਾ ਮੈਂ ਜ਼ਿਕਰ ਕੀਤਾ ਵੀ ਸੋਸ਼ਲ ਮੀਡੀਆ ਉਹ ਡਿਪਰੈਸ਼ਨ, ਕਿਉਂਕਿ ਅਸੀਂ ਹੁਣ ਬੜੇ ਆਈਸੋਲੇਟ ਹੋ ਗਏ ਹਾਂ, ਘਰਾਂ 'ਚ ਵੀ ਜਾਈਏ ਤਾਂ ਮਾਪਿਓ ਆਪਣੇ ਫੋਨ ਤੇ ਲੱਗੇ ਹੁੰਦੇ, ਬੱਚੇ ਆਪਣੇ ਫੋਨ ਤੇ ਲੱਗੇ ਹੁੰਦੇ, ਉਹ ਵਾਰਤਾ ਨਹੀਂ ਹੁੰਦੀ। ਤਾਂ ਉਹ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿ ਉਹ ਡਿਪਰੈਸ਼ਨ ਦੇ ਵਿੱਚ ਹੀ ਉੱਥੇ ਗਿਆ ਹੋਵੇ, ਹੋ ਸਕਦਾ ਕਿ ਪਹਿਲਾਂ ਬਹੁਤ ਕੁਝ ਗੁਰੂ ਸਾਹਿਬ ਕੋਲ ਜਾਂਦਾ ਰਿਹਾ ਕੁਛ, ਇਹ ਕਿਉਂਕਿ ਆਪਾਂ ਜਦੋਂ ਵੀ ਜਾਂਦੇ ਹਾਂ ਗੁਰਦੁਆਰਾ ਸਾਹਿਬ ਇੱਕ ਐਕਸਪੈਕਟੇਸ਼ਨ ਨਾਲ ਜ਼ਰੂਰ ਜਾਂਦੇ ਹਾਂ ਵੀ ਕੁਛ ਮੰਗਣ ਹੀ ਚਾਹੀਦਾ, ਤੇ ਉਹ ਉਸ ਤੋਂ ਬਾਅਦ ਉਹ ਚੀਜ਼ਾਂ ਨਹੀਂ ਪੂਰੀਆਂ ਹੋਈਆਂ, ਹੋਰ ਵਸਟ ਕੰਡੀਸ਼ਨ ਹੋ ਗਈ ਹੋਵੇ ਤਾਂ ਸ਼ਾਇਦ ਇੱਕ ਨਾਰਾਜ਼ਗੀ ਵਜੋਂ ਹੀ ਤੁਰ ਪਿਆ। ਨਹੀਂ ਦੇਖੋ ਫਿਰ ਇਹਦੇ ਵਿੱਚ ਕੀ ਰੈਸ਼ਨੈਲਿਟੀ ਹੈ ਜੀ। ਜਿਹੜਾ ਡਿਪਰੈਸ਼ਨ ਦੇ ਵਿੱਚ ਹੁੰਦਾ ਨਾ ਬੰਦਾ, ਉਹ ਬਹੁਤਾ ਅਗਰੈਸਿਵ ਨਹੀਂ ਹੁੰਦਾ। ਜਿੰਨੇ ਵੀ ਮੈਂ ਦੇਖੇ ਹੈ, ਕਮ ਸੇ ਕਮ ਉਹ ਡਿਸਾਈਡ ਹੋ ਜਾਂਦੇ ਆ, ਡਰ ਜਾਂਦੇ ਆ, ਉਹਨਾਂ ਨੂੰ ਹਰ ਚੀਜ਼ ਤੋਂ ਡਰ ਲੱਗਦਾ ਹੈ। ਇਸ ਤਰ੍ਹਾਂ ਜਾ ਕੇ ਉਹ ਆਪਣੇ ਘਰ ਤੋਂ ਬਾਹਰ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਦੇ। ਹੁਣ ਇਹ ਤਾਂ ਕੋਈ ਸਾਈਕੋਲੋਜਿਸਟ ਜਾਂ ਡਾਕਟਰ ਆਪਾਂ ਨੂੰ ਦੱਸ ਸਕਦਾ ਹੈ ਕਿ ਕਿਸ ਤਰ੍ਹਾਂ ਦੀ ਇਹ ਪੋਸੀਬਿਲਿਟੀ ਹੈ, ਲੇਕਿਨ ਆਮ ਤੌਰ ਦੇ ਉੱਤੇ ਜੋ ਆਬਜ਼ਰਵੇਸ਼ਨ ਆਪਾਂ ਜ਼ਿੰਦਗੀ ਦੇ ਵਿੱਚ ਕਰਦੇ ਹਾਂ, ਉਸ ਹਿਸਾਬ ਨਾਲ ਮੈਨੂੰ ਨਹੀਂ ਲੱਗਦਾ ਕਿ ਉਹ ਕੋਈ ਡਿਪਰੈਸ਼ਨ ਦੇ ਕਰਕੇ ਗਿਆ ਸੀਗਾ। ਉਹ ਉੱਥੇ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰਨੀ ਗਿਆ ਸੀਗਾ, ਔਰ ਮੁਮਕਿਨ ਹੈ ਕਿ ਉਸ ਨੂੰ ਕਿਸੇ ਨੇ ਵਰਗਲਾਇਆ ਹੋਵੇ। ਇਹ ਮੈਂ ਮੰਨ ਸਕਦਾ ਵੀ ਕਿਸੇ ਨੇ ਵਰਗਲਾਇਆ ਹੋਵੇਗਾ, ਔਰ ਉਸ ਨੂੰ ਇਸ ਦੇ ਕੋਈ ਇਵਜ ਦੇ ਵਿੱਚ ਕੋਈ ਉਸ ਨੂੰ ਕੰਪਨਸੇਸ਼ਨ ਵੀ ਦਿੱਤਾ ਹੋਵੇਗਾ। ਜੇ ਉਹਦੀ ਬਿਜ਼ਨਸ ਠੀਕ ਨਹੀਂ ਚੱਲ ਰਹੀ ਸੀ ਜਾਂ ਹੋਰ ਕੁਝ ਨਹੀਂ ਚੱਲ ਰਿਹਾ ਸੀ, ਤਾਂ ਹੋ ਸਕਦਾ ਉਸਨੇ ਕਿਹਾ ਹੋਵੇ ਵੀ ਇਸ ਤਰ੍ਹਾਂ ਨਾਲ ਪੈਸੇ ਕਮਾਈਏ। ਲੇਕਿਨ ਇਹ ਵੱਖੋ ਵੱਖ ਰਾਵਾਂ ਹੋ ਸਕਦੀਆਂ, ਲੇਕਿਨ ਇਹ ਨਹੀਂ ਹੋ ਸਕਦਾ ਕਿ ਬੰਦਾ ਇਸ ਤਰ੍ਹਾਂ ਨਾਲ, ਜਿਸ ਤਰ੍ਹਾਂ ਹੁਣ ਤੁਸੀਂ ਦਿਖਾ ਰਹੇ ਹੋ, ਬਈ ਜਾ ਕੇ ਸਿੱਧਾ ਤੇ ਫਿਰ ਲੋਕਾਂ ਨੂੰ ਡਿਫਾਈ ਕਰੇ। ਔਰ ਇਹ ਕਹਿੰਦੇ ਆ ਜੀ ਗੁੱਸੇ ਦੇ ਵਿੱਚ ਸੀਗਾ। ਹੁਣ ਗੁੱਸਾ ਕਾਹਦਾ ਸੀਗਾ? ਗੁਰੂ ਘਰ ਦੇ ਨਾਲ ਕਾਹਦਾ ਗੁੱਸਾ ਹੁੰਦਾ? ਸੋ ਇਹ ਗੱਲ ਮੰਨਣ ਵਾਲੀ ਨਹੀਂ ਹੈ। ਉਹ ਬੰਦਾ ਗਿਆ ਇੱਥੇ ਪਹਿਲੀ ਵਾਰੀ ਜਾਂਦਾ, ਪਹਿਲੀ ਵਾਰੀ ਉਹਨੂੰ ਰੋਕਿਆ ਜਾਂਦਾ। ਜਦੋਂ ਪਹਿਲੀ ਵਾਰੀ ਉਹ ਕੋਸ਼ਿਸ਼ ਕਰਦਾ ਉਵੇਂ ਜਾਣ ਦੀ, ਸੇਵਾਦਾਰ ਵੱਲੋਂ ਰੋਕਿਆ ਜਾਂਦਾ ਕਿ ਨੰਗੇ ਸਿਰ ਤੇ ਸ਼ੂਜ਼ ਪਾ ਕੇ ਨਹੀਂ ਆਈਦਾ। ਫਿਰ ਉਹ ਵਾਪਸ ਜਾਂਦਾ, ਫਿਰ ਦੁਬਾਰਾ ਦੂਜੀ ਵਾਰੀ ਅਟੈਂਪਟ ਕਰਦਾ ਹੈ ਤੇ ਉੱਥੋਂ ਤੱਕ ਪਹੁੰਚ ਜਾਂਦਾ ਹੈ। ਤਾਂ ਖੱਛਾ ਜ਼ਿਆਦਾ ਜ਼ਾਹਿਰ ਹੁੰਦੀ ਹੈ ਵੀ ਪਲਾਨਡ ਤਰੀਕੇ ਨਾਲ ਕਿਉਂ ਗਿਆ। ਬਿਲਕੁਲ ਇਹ ਪਲਾਨਡ ਹੈ ਸਾਰਾ ਕੁਝ ਜੀ। ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਉਸ ਨੂੰ ਹਰ ਇੱਕ ਬੰਦਾ ਜਿਹੜਾ ਇਸ ਤਰ੍ਹਾਂ ਦਾ ਹੋਵੇ, ਡਿਪਰੈਸ਼ਨ ਦੇ ਵਿੱਚ ਹੋਵੇ, ਉਹ ਸਿੱਧਾ ਗੁਰਦੁਆਰੇ ਜਾ ਕੇ ਵਜੇ ਤੇ ਉੱਤੇ ਬੇਅਦਬੀ ਕਰਨ ਦੀ ਸੋਚੇ। ਪਰ ਗੁਰਤੇਜ ਜੀ ਦੇਖਿਆ ਹੋਵੇਗਾ ਜਿਹੜੀ ਤਾਕਤਾਂ ਦਾ ਤਾਂ ਪਤਾ ਨਹੀਂ ਲੱਗ ਰਿਹਾ, ਪਿਛਲੀਆਂ ਕਿਹੜੇ ਇਹਨਾਂ ਨੇ ਕਿੰਨੇ ਵਰਗਲਾਇਆ ਹੋਵੇ, ਉਹ ਕਿਉਂ ਨਹੀਂ ਪਤਾ ਲੱਗ ਰਿਹਾ। ਹਾਂ, ਉਹ ਇਸ ਵਾਸਤੇ ਪਤਾ ਨਹੀਂ ਲੱਗ ਰਿਹਾ ਕਿ ਜਿਹੜੇ ਕਰਵਾ ਰਹੇ ਨੇ ਉਹ ਇੰਨੇ ਪਾਵਰਫੁਲ ਹੋਣਗੇ ਕਿ ਉਹ ਪੁਲਿਸ ਇਨਵੈਸਟੀਗੇਸ਼ਨ ਹੋਣ ਨਹੀਂ ਦਿੰਦੇ। ਪੁਲਿਸ ਦੇ ਵਿੱਚ ਜਾ ਕੇ ਬੰਦੇ ਫੜਾਉਂਦੇ ਨੇ ਤੇ ਪੁਲਿਸ, ਇੱਕ ਤਾਂ ਆਪਣੀ ਪੁਲਿਸ ਵੈਸੇ ਹੀ ਸਾਇੰਟੀਫਿਕ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਹੀ ਮਾਹਰ ਨਹੀਂ ਹੈਗੀ। ਕੁਝ ਲੋਕ ਹਨਗੇ ਜਿਹੜੇ ਸੀਨੀਅਰ ਆਫੀਸਰਸ, ਉਹਨਾਂ ਨੂੰ ਆਈਡੀਆ ਹੋਏਗਾ ਵੀ ਕਿਸ ਤਰ੍ਹਾਂ ਨਾਲ ਕਰਨਾ ਹੈ, ਲੇਕਿਨ ਆਮ ਇਨਵੈਸਟੀਗੇਟਰਸ ਨੂੰ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਇਨਵੈਸਟੀਗੇਟ ਕਰਨਾ ਹੈ। ਉਸ ਤੋਂ ਇਲਾਵਾ ਉਹ ਸੋਚਦੇ ਹੋਣਗੇ ਵੀ ਚਲੋ ਹੋ ਗਿਆ, ਹੁਣ ਇੰਸੀਡੈਂਟ ਖਤਮ ਹੋ ਗਿਆ ਤੇ ਚਲੋ ਛੱਡੋ। ਐਨੇ ਬੰਦੇ ਇਹਨਾਂ ਨੂੰ ਫੜ ਕੇ ਫੜਾਏ ਨੇ ਉਹਨਾਂ ਲੋਕਾਂ ਨੇ। ਕਿੰਨੇ ਵਾਰੀਆਂ ਆਪਾਂ ਇਹ ਗੱਲਾਂ ਸੁਣੀਆਂ। ਇੱਥੇ ਫਤਿਹਗੜ੍ਹ ਸਾਹਿਬ ਹੋਇਆ, ਉਸ ਵੇਲੇ ਵੀ ਆਪਾਂ ਸੁਣਿਆ ਸੀ। ਅਨੰਦਪੁਰ ਸਾਹਿਬ ਹੋਇਆ, ਉਦੋਂ ਵੀ ਆਪਾਂ ਸੁਣਿਆ ਸੀ। ਲੇਕਿਨ ਉਸ ਤੋਂ ਅਗਾਂਹ ਇਨਵੈਸਟੀਗੇਸ਼ਨ ਚੱਲਦਾ ਨਹੀਂ, ਥੋੜੇ ਦਿਨਾਂ ਬਾਅਦ ਉਹਨਾਂ ਨੂੰ ਛੱਡ ਦਿੰਦੇ ਆ।
ਤਾਂ ਇਸ ਦੇ ਵਿੱਚ ਬਹੁਤ ਜ਼ਿਆਦਾ ਖਤਰੇ ਆਣਗੇ। ਇਨਵੈਸਟੀਗੇਸ਼ਨ ਪ੍ਰੋਪਰ ਹੋਣਾ ਚਾਹੀਦਾ ਹੈ, ਪਤਾ ਲੱਗਣਾ ਚਾਹੀਦਾ ਵੀ ਕੌਣ ਇਹਨਾਂ ਲੋਕਾਂ ਨੂੰ ਭੇਜ ਰਿਹਾ ਹੈ। ਜੇ ਇੱਕ ਦਾ ਪਤਾ ਲੱਗ ਗਿਆ ਫਿਰ ਸਾਰਿਆਂ ਦਾ ਲੱਗ ਜਾਏਗਾ ਮੇਰੇ ਖਿਆਲ ਦੇ ਵਿੱਚ। ਗੁਰਤੇਜ ਜੀ ਤੁਸੀਂ ਦੇਖੋ ਵੀ ਮਾਨਸਾ ਮੈਨੂੰ ਵੀ ਇਹੀ ਲੱਗਦਾ ਸੀ, ਕਿਉਂਕਿ ਮਾਨਸਾ ਉਹ ਫੜਿਆ ਵੀ ਜਾਂਦਾ ਹੈ, ਮਾਫੀ ਚਾਹਨਾ ਮਰਿੰਡੇ ਉਹਨੂੰ ਮਾਨਸਾ ਜੇਲ੍ਹ 'ਚ ਭੇਜਿਆ ਜਾਂਦਾ ਹੈ, ਤਾਂ ਪਰ ਫਿਰ ਉਸ ਦੀ ਜਿਸ ਤਰੀਕੇ ਨਾਲ ਮੌਤ ਹੋ ਜਾਣੀ ਉਹ ਵੀ ਬੜੀ ਸਵਾਲਾਂ ਦੇ ਘੇਰੇ 'ਚ ਕਿਹਾ ਜਾਂਦਾ ਕਿ ਨਹੀਂ ਉਹਦੀ ਕੁੱਟਮਾਰ ਇੰਨੀ ਹੋਈ। ਇਹ ਵੀ ਇੰਨੇ ਕੌਨਸੀਕੁਐਂਸਿਸ ਜੇ ਪਤਾ ਵੀ ਨੇ ਈਵਨ ਦੈਨ ਇਹ ਸਾਰੀਆਂ ਚੀਜ਼ਾਂ ਕਰਨੀਆਂ ਇਹ ਕਿਤੇ ਨਾ ਕਿਤੇ, ਹਾਲਾਂਕਿ ਆਪਾਂ ਦੇਖਿਆ ਵੀ ਪਿਛਲੀ ਜਿੰਨੀ ਵੀ ਬੇਅਦਬੀਆਂ ਚੱਕ ਲਈਏ ਵੀ ਸੰਗਤ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਿਹਨੂੰ ਕਹਿੰਦੇ ਵੀ ਸੋਧਾ ਹੀ ਲਾ ਦਿੱਤਾ। ਇੱਥੇ ਵੀ ਹੁਣ ਇੰਨਾ ਕੁਝ ਜਾਣਦੇ ਹੋਏ ਵੀ ਫਿਰ ਵੀ ਇੰਨੀ ਹਿਮਾਕਤ ਕਰਨੀ। ਦੇਖੋ ਜੀ ਗੱਲ ਇਹ ਹੈਗੀ ਕਿ ਜਿਹੜੇ ਤਾਂ ਬੰਦੇ ਜਾਂਦੇ ਨੇ ਉਹਨਾਂ ਵਾਸਤੇ ਤਾਂ ਇੱਕ ਪ੍ਰੋਫਿਟੇਬਲ ਬਿਜ਼ਨਸ ਹੋ ਸਕਦੀ ਹੈ। ਤੁਸੀਂ ਜਿਹੜੇ ਬੰਦੇ ਕੋਲੇ ਹੁਣ ਜਿਵੇਂ ਕਹਿੰਦੇ ਆ ਵੀ ਦੀ ਬਿਜ਼ਨਸ ਕੰਮ ਠੀਕ ਨਹੀਂ ਸੀ ਚੱਲ ਰਹੀ, ਡਿਪਰੈਸ਼ਨ ਦੇ ਵਿੱਚ ਸੀ, ਤਾਂ ਇਸ ਵਾਸਤੇ ਤਾਂ ਮਾੜੀ ਮੋਟੀ ਰਕਮ ਵੀ ਵੱਡੀ ਲੱਗਦੀ ਹੋਏਗੀ ਇਸ ਨੂੰ। ਔਰ ਇਹਨੂੰ ਪਤਾ ਹੈ ਕਿ ਉੱਥੇ ਵੱਧ ਤੋਂ ਵੱਧ ਲੈ ਕੇ ਕਿ ਉਹਨਾਂ ਨੇ ਮੈਨੂੰ ਪੁਲਿਸ ਕੋਲੇ ਫੜਾ ਦੇਣਾ, ਪੁਲਿਸ ਨੇ ਮੈਨੂੰ ਛੱਡ ਦੇਣਾ। ਤਾਂ ਇਹਦਾ ਪਰਫੈਕਟ ਕੇਸ ਬਣਦਾ ਹੈ ਕਿ ਇਹ ਲੋਕ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਕਰਦੇ ਤੇ ਇਸ ਤੋਂ ਇਨਕਰੇਜ ਹੋ ਕੇ ਲੋਕ ਆ ਰਹੇ ਨੇ ਔਰ ਇਹਨਾਂ ਨੂੰ ਕੋਈ ਭੇਜ ਰਿਹਾ। ਇਹ ਡੈਫੀਨੇਟ ਹੈ, ਇਹ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਕੋਈ ਆਪਣੇ ਆਪ ਹੀ ਆਪ ਮੁਹਾਰਾ ਉੱਠ ਕੇ ਆਵੇ। ਆਮ ਤੌਰ ਦੇ ਉੱਤੇ ਵੀ ਆਪਾਂ ਸਮਾਜ ਦੇ ਵਿੱਚ ਵਿਚਰਦੇ ਹਾਂ, ਕਦੇ ਕਿਸੇ ਨੂੰ ਮਾੜਾ ਲਫ਼ਜ਼ ਕਹਿਣ ਦੀ ਆਪਾਂ ਗੱਲ ਸੋਚਦੇ ਹਾਂ, ਕਦੇ ਕਿਸੇ ਔਰ ਮੰਦਿਰ ਮਸਜਿਦ ਦੇ ਵਿੱਚ ਜਾ ਕੇ ਤਾਂ ਸਗੋਂ ਹੋਰ ਵੀ ਬੰਦਾ ਕੌਨਸ਼ੀਅਸ ਹੋ ਜਾਂਦਾ ਹੈ ਤੇ ਸੋਚੀਦਾ ਵੀ ਕੋਈ ਗਲਤੀ ਦੇ ਵਿੱਚ ਵੀ ਕੁਝ ਨਾ ਹੋ ਜਾਵੇ ਆਪਣੇ ਕੋਲੋਂ। ਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਹ ਬੰਦਾ ਜਿਹੜਾ ਡਿਪਰੈਸ਼ਨ ਦੇ ਵਿੱਚ ਹੈ ਉਹ ਜਾ ਕੇ ਤੇ ਉੱਥੇ ਇੱਕ ਵਾਰੀ ਰੋਕਣ ਤੋਂ ਬਾਅਦ ਫਿਰ ਦੁਬਾਰੇ ਚਲਾ ਜਾਵੇ। ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਸ਼ੱਕ ਦੇ ਘੇਰੇ ਦੇ ਵਿੱਚ ਹੈ। ਔਰ ਮੈਨੂੰ ਇਹ ਜਾਪਦਾ ਹੈ ਕਿ ਜਿਹੜੀ ਬਹੁ ਗਿਣਤੀ ਦੀ ਤੇ ਇਹ ਜਿਹੜੀ ਸੱਭਿਆਚਾਰਕ ਬਹੁ ਗਿਣਤੀ ਦੀ ਜਿਹੜੀ ਡਿਜ਼ਾਇਰ ਹੈ ਕਿ ਜੀ ਇਹ ਇੱਕ ਸਿੱਖਾਂ ਨੂੰ ਨੀਵਾਂ ਦਿਖਾਇਆ ਜਾਵੇ, ਗੁਰੂ ਘਰਾਂ ਨੂੰ ਦੀ ਬੇਅਦਬੀ ਕੀਤੀ ਜਾਵੇ ਔਰ ਇਹਨਾਂ ਨੂੰ ਦੱਸਿਆ ਜਾਵੇ ਇਹਨਾਂ ਦੀ ਥਾਂ ਕਿਹੜੀ ਹੈ, ਇਹਦੇ ਵਿੱਚ ਮੈਨੂੰ ਲੱਗਦਾ ਵੀ ਇਸ ਦਾ ਕੋਈ ਰੋਲ ਹੈ। ਜਾਂ ਇਨਵੈਸਟੀਗੇਟ ਕਰਕੇ ਸਾਨੂੰ ਦੱਸਣ ਕਿ ਇਸ ਤੋਂ ਇਲਾਵਾ ਕੀ ਗੱਲ ਹੈ। ਹੁਣ ਜਿਹੜੇ ਤਾਂ ਦੇਖੋ ਜਿਹਦੇ ਵਿਚਾਰੇ ਦੀ ਜਾਨ ਚਲੀ ਜਾਂਦੀ ਹੈ, ਹੁਣ ਉਹ ਲੜਕੀ ਵਿਚਾਰੀ ਕਵਾਂਗਾ ਮੈਂ ਉਸ ਨੂੰ ਕਿਉਂਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਔਰ ਜਾ ਕੇ ਉੱਥੇ ਇਸ ਤਰ੍ਹਾਂ ਚਲੀ ਗਈ। ਹੁਣ ਤੁਰ ਕੇ ਜਾਣਾ ਡਿਲੀਬਰੇਟ ਐਕਟ ਹੈ ਔਰ ਜਾ ਕੇ ਸਰੋਵਰ ਦੇ ਕੰਢੇ ਤੇ ਬੈਠਣਾ ਵੀ ਡਿਲੀਬਰੇਟ ਐਕਟ ਹੈ। ਉਹਦੇ ਵਿੱਚ ਕੋਈ ਐਕਸੀਡੈਂਟ ਤਾਂ ਹੈ ਨਹੀਂ। ਹੁਣ ਉਸ ਨੂੰ ਕਿਸੇ ਨੇ ਇਨਕਰੇਜ ਕੀਤਾ ਹੈ ਤਾਂ ਉਹ ਗਈ ਹੈ ਤੇ ਉਸ ਨੂੰ ਕਿਉਂਕਿ ਉਸ ਨੂੰ ਪਰ ਇਹਦਾ ਗੁਰਤੇਜ ਜੀ ਇੰਪੈਕਟ ਕੀ ਪਏਗਾ? ਇਹਦਾ ਤੁਹਾਨੂੰ ਨਹੀਂ ਲੱਗਦਾ ਇਹਦਾ ਇੰਪੈਕਟ ਜਿਹੜਾ ਵਾਕਈ ਗੁਰੂ ਸਾਹਿਬ ਨੂੰ ਮੰਨਣ ਵਾਲਾ ਹੈ, ਜਿਹੜਾ ਆਪਦਾ ਕਹਿ ਦਈਏ ਵੀ ਨਿਤਨੇਮ ਕਰਨ ਵਾਲਾ ਹੈ, ਜਿਹਨੂੰ ਵਾਕਈ ਵੀ ਕਹਿੰਦਾ ਮੈਂ ਗੁਰੂ ਸਾਹਿਬ ਦੇ ਉੱਥੇ ਜਾ ਕੇ ਸ਼ਾਂਤੀ ਉਹਨੂੰ ਮਹਿਸੂਸ ਹੁੰਦੀ ਹੈ, ਉਹ ਮੱਥਾ ਟੇਕਣ ਵਾਲਾ ਜਿਹੜਾ ਡੇਲੀ ਜਾਂਦਾ ਹੈ, ਤੁਹਾਨੂੰ ਨਹੀਂ ਲੱਗਦਾ ਉਸ ਜਿਹਦੀ ਸ਼ਰਧਾ ਹੈ, ਜਿਹੜਾ ਜਾਇਜ਼ ਬੰਦਾ ਹੈ, ਉਹਨੂੰ ਵੀ ਲੋਕੀ ਸ਼ੱਕ ਦੀ ਨਜ਼ਰ ਨਾਲ ਦੇਖਣਗੇ? ਹਰੇਕ ਬੰਦੇ ਨੂੰ ਇਸੇ ਤਰੀਕੇ ਨਾਲ ਕਿਤੇ ਹੁਣ ਇਹ ਹੋ ਜਾਂਦਾ ਨਹੀਂ? ਦੇਖੋ ਇਹ 4-5 ਸਦੀਆਂ ਤਾਂ ਹੋ ਗਈਆਂ ਨੇ, ਅਜੇ ਤੱਕ ਤਾਂ ਕਿਸੇ ਨੇ ਕਿਸੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਨਹੀਂ। ਬਲਕਿ ਜਨਮ ਸਾਖੀ ਦੇ ਵਿੱਚ ਕਹਾਣੀ ਮਿਲਦੀ ਹੈ ਕਿ ਇੱਕ ਚੋਰ ਭੇਸ ਵਟਾ ਕੇ ਸਿੱਖ ਦੇ ਕੋਲ ਚਲਾ ਗਿਆ, ਘਰ ਚਲਾ ਗਿਆ ਤੇ ਉਸ ਦੇ ਇੱਕ ਘਰ ਵਾਲੀ ਨੂੰ ਉਸਨੇ ਵਰਗ ਲਾ ਕੇ ਜਾਂ ਉਸ ਨੂੰ ਆਸੇ-ਪਾਸੇ ਕਰਕੇ ਤੇ ਗਹਿਣੇ ਚੁੱਕ ਲਏ ਉਸਦੇ ਤੇ ਜਾਣ ਲੱਗਿਆ ਘਰ ਛੱਡ ਕੇ। ਤਾਂ ਉਹ ਸਿੱਖ ਨੂੰ ਜਾਗ ਆ ਗਈ, ਉਹਨੇ ਕਿਹਾ ਬਈ ਕਿੱਧਰ ਚੱਲਿਆ? ਕਹਿੰਦਾ ਜੀ ਮੈਂ ਕੰਮ ਹੈ ਮੈਨੂੰ, ਮੈਂ ਜਾ ਰਿਹਾ। ਉਹ ਡੱਬਾ ਗਹਿਣਿਆਂ ਦਾ ਉਹਦੇ ਕੋਲ ਡਿੱਗ ਪਿਆ, ਉਹਨੇ ਚੁੱਕ ਕੇ ਉਸ ਨੂੰ ਮੁੜ ਕੇ ਫੜਾਇਆ, ਕਹਿੰਦਾ ਭਾਈ ਇਹ ਨਾ ਹੋਵੇ ਕਿ ਲੋਕ ਆਖਣ ਵੀ ਸਿੱਖ ਇਸ ਤਰ੍ਹਾਂ ਚੋਰੀ ਕਰਦੇ ਆ ਤੇ ਸਿੱਖਾਂ ਦੀ ਬਦਨਾਮੀ ਨਾ ਹੋਵੇ ਤੇ ਤੂੰ ਕਿਸੇ ਨੂੰ ਦੱਸੀ ਨਾ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ 500 ਸਾਲਾਂ ਦੇ ਵਿੱਚ ਕਦੇ ਕਿਸੇ ਨੇ ਕਿਸੇ ਤੇ ਸ਼ੱਕ ਨਹੀਂ ਕੀਤਾ। ਦਰਬਾਰ ਸਾਹਿਬ ਦੇ ਵਿੱਚ ਇੰਨੇ ਲੋਕ ਜਾਂਦੇ ਨੇ, ਕਦੇ ਕਿਸੇ ਨੇ ਸ਼ੱਕ ਦੀ ਨਿਗਾਹ ਨਾਲ ਕਿਸੇ ਨੂੰ ਵੇਖਿਆ? ਹੁਣ ਇਹ ਜੇ ਹਰਕਤਾਂ ਇਸ ਤਰ੍ਹਾਂ ਦੀਆਂ ਹੋਣ ਲੱਗੀਆਂ ਨੇ ਤਾਂ ਹੁਣ ਸਾਡੇ ਜ਼ਮਾਨੇ ਦੇ ਵਿੱਚ ਹੋਣ ਲੱਗੀਆਂ ਨੇ। ਪਿਛਲੇ 5-4 ਸਾਲਾਂ ਤੋਂ ਮੈਂ ਆਬਜ਼ਰਵ ਕਰ ਰਿਹਾ ਕਿ ਹੋ ਰਹੀਆਂ ਨੇ। ਔਰ ਪਿਛਲੇ ਇਹਨਾਂ ਦੀ ਹਿਸਟਰੀ ਹੈਗੀ ਇਹ ਐਕਚੁਅਲੀ 1750-51 ਤੋਂ ਉਹ ਲਖਪਤ ਰਾਏ ਦੀਵਾਨ ਹੁੰਦਾ ਸੀਗਾ ਤੇ ਉਸ ਦੇ ਭਰਾ ਜਸਪਤ ਰਾਏ ਤੋਂ ਸ਼ੁਰੂ ਹੁੰਦੀ ਹੈ ਇਹ ਗੱਲ ਸਾਰੀ। ਔਰ ਉਹ ਵੀ ਆਪਣੇ ਆਪ ਨੂੰ ਸਿੱਖ ਕਹਿੰਦਾ ਸੀਗਾ। ਉਹ ਗੁਰੂ ਸਾਹਿਬ ਜਦੋਂ ਗਏ ਨੇ ਉੱਥੇ ਹਜ਼ੂਰ ਸਾਹਿਬ ਜਾ ਰਹੇ ਸੀਗੇ ਤੇ ਰਾਹ ਦੇ ਵਿੱਚ ਉਹਨਾਂ ਨੂੰ
ਉਹ ਇੱਕ ਸਾਧ ਮਿਲਿਆ ਸੀਗਾ ਜਿਹੜਾ ਉਹਨਾਂ ਦਾ ਚੇਲਾ ਹੋ ਗਿਆ, ਜਗਤ ਭਗਤ ਉਸ ਨੂੰ ਕਹਿੰਦੇ ਸੀਗੇ। ਉਸ ਦਾ ਚੇਲਾ ਸੀ ਲਖਪਤ ਰਾਏ, ਔਰ ਜਸਪਤ ਰਾਏ ਉਸ ਦਾ ਚੇਲਾ ਸੀ। ਆਪਣੇ ਆਪ ਨੂੰ ਸਿੱਖ ਕਹਿੰਦੇ ਸੀ, ਲੇਕਿਨ ਉਹਨਾਂ ਨੇ ਸਭ ਤੋਂ ਵੱਡੀ ਬੇਅਦਬੀ ਸਾਰੇ ਖੂਹ ਭਰਤੇ, ਪੋਥੀਆਂ ਪਾੜ ਕੇ ਸੁੱਟ ਕੇ, ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸੁੱਟ ਕੇ। ਸੋ ਇਹਨਾਂ ਲੋਕਾਂ ਦਾ ਕੀ ਮੈਂਟੈਲਿਟੀ ਕੀ ਹੈ, ਕਿਸ ਦੇ ਨਾਲ ਇਹ ਕਨੈਕਟਡ ਹੈ, ਮੈਨੂੰ ਇਹ ਲੱਗਦਾ ਹੈ। ਹੁਣ ਇਹਦੀ ਇੱਕ ਗੱਲ ਮੈਂ ਹੋਰ ਦੇਖੀ ਹੈ ਕਿ ਜਿਹੜੀ ਬਹੁਤ ਗਿਣਤੀ ਹੈ ਉਸ ਦੇ ਵੱਲੋਂ ਭਰਪੂਰ ਨਿੰਦਿਆ ਕਿਉਂ ਨਹੀਂ ਹੁੰਦੀ। ਬਿਲਕੁਲ। ਤੇ ਪਰ ਗੁਰਤੇਜ ਜੀ, ਠੱਲ ਕਿਵੇਂ ਪਾਈ ਜਾਵੇ, ਇਹਨੂੰ ਰੋਕਿਆ ਹਾਲ ਤਾਂ ਕਿਵੇਂ ਜਾਵੇ? ਦੇਖੋ ਰੋਕਣ ਦਾ ਵਾਜਬ ਤਾਂ ਇਹ ਗੱਲ ਹੈਗੀ, ਜੇ ਤਾਂ ਰੋਕਣਾ ਹੋਵੇ ਨਾ ਕਿਸੇ ਨੇ, ਤਾਂ ਸਹੀ ਇਨਵੈਸਟੀਗੇਸ਼ਨ ਕਰੇ ਕਿ ਹੁੰਦਾ ਕਿਉਂ ਹੈ, ਔਰ ਫਿਰ ਇਸ ਦੀ ਕਾਰਨ ਲੱਭ ਕੇ ਤੇ ਉਸ ਦਾ ਰੋਕਥਾਮ ਹੋ ਸਕਦੀ ਹੈ। ਤੇ ਜੇ ਇਹ ਇਨਵੈਸਟੀਗੇਸ਼ਨ ਨਹੀਂ ਹੁੰਦਾ ਤਾਂ ਫਿਰ ਲੋਕਾਂ ਕੋਲੇ ਜਿਹੜੇ ਸ਼ਰਧਾਲੂ ਹੋਣਗੇ ਉਹਨਾਂ ਕੋਲ ਤਾਂ ਇੱਕੋ ਹੀ ਕੰਮ ਹੈ, ਉਹਦਾ ਉਸ ਨੂੰ ਅਟੈਕ ਕਰਨਾ ਹੈ ਸਮਝਣਗੇ, ਔਰ ਉਹ ਅਟੈਕ ਕਰਨ ਵਾਸਤੇ ਜਾਂਦਾ ਹੈ, ਚਾਹੇ ਮੈਂਟਲੀ ਅਟੈਕ ਕਰਦਾ ਹੈ, ਸਾਈਕੋਲੋਜੀਕਲ ਅਟੈਕ ਕਰਦਾ ਹੈ, ਚਾਹੇ ਫਿਜ਼ੀਕਲ ਕਰਦਾ ਹੈ, ਉਹ ਅਟੈਕ ਵਾਸਤੇ ਜਾ ਰਿਹਾ ਹੈ। ਆਪਣਾ ਜਿਹੜਾ ਕੋਡ ਹੈਗਾ, ਇਹ ਆਪਣਾ ਜਿਹੜਾ ਇੰਡੀਅਨ ਪੈਨਲ ਕੋਡ ਹੈ, ਉਸ ਦੇ ਵਿੱਚ ਇੱਕ ਚੈਪਟਰ 4 ਹੈ। ਚੈਪਟਰ 4 ਦੇ ਵਿੱਚ ਐਕਸੈਪਸ਼ਨਸ ਹੁੰਦੇ ਆ। ਐਕਸੈਪਸ਼ਨਸ ਉਹ ਹੁੰਦੇ ਆ ਕਿ ਜਿਸ ਦੇ ਵਿੱਚ ਤੁਸੀਂ ਕ੍ਰਾਈਮ ਕਰਦੇ ਹੋ ਲੇਕਿਨ ਕ੍ਰਾਈਮ ਨਹੀਂ ਹੁੰਦੀ। ਜੇ ਕੋਈ ਬੰਦਾ ਉੱਥੇ ਅਟੈਕ ਕਰਨ ਵਾਸਤੇ ਜਾਂਦਾ ਹੈ ਤਾਂ ਉਸ ਨੂੰ ਜੇ ਕੋਈ ਰੋਕਥਾਮ ਕਰਦਾ ਉਸ ਦੀ, ਔਰ ਉਹਦੇ ਵਿੱਚ ਉਹਦੀ ਮੌਤ ਵੀ ਹੋ ਜਾਂਦੀ ਹੈ, ਤਾਂ ਉਹ ਇੱਕ ਪ੍ਰੋਵੀਜ਼ਨ ਹੈਗੀ ਚੈਪਟਰ 4 ਦੇ ਵਿੱਚ ਕਿ ਗ੍ਰੇਵ ਐਂਡ ਸਡਨ ਪ੍ਰੋਵੋਕੇਸ਼ਨ ਦੇ ਅੰਡਰ ਜੇ ਕੋਈ ਬੰਦਾ ਕਿਸੇ ਨੂੰ ਮਾਰ ਵੀ ਦਿੰਦਾ ਹੈ ਤਾਂ ਦੈਟ ਇਜ਼ ਨੋ ਕ੍ਰਾਈਮ। ਇਹ ਐਕਸੈਪਸ਼ਨ ਹੈ। ਤਾਂ ਉਹਨਾਂ ਨੂੰ ਉਹ ਐਕਸੈਪਸ਼ਨ ਇਸ ਵਾਸਤੇ ਬਣਾਈ ਗਈ ਹੈ ਕਿ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਹੋਰ ਕੀ ਕਰ ਸਕਦਾ ਬੰਦਾ। ਜੇ ਫਰਕ ਕਰੋ, ਅਗਰ ਮੈਂ ਇਸ ਨੂੰ ਅਗਰ ਪਟਿਆਲੇ ਵਾਲੀ ਘਟਨਾ, ਦੁੱਖ ਨਿਵਾਰਨ ਸਾਹਿਬ ਵਾਲੀ ਘਟਨਾ ਨਾਲ ਅਗਰ ਜੋੜ ਕੇ ਦੇਖਾਂ, ਜਿਸ ਤਰੀਕੇ ਨਾਲ ਉਹ ਸਿੱਖ ਸ਼ਰਧਾਲੂ, ਕਿਉਂਕਿ ਉਹਦਾ ਵਾਸਤਾ ਨਹੀਂ ਹੁੰਦਾ, ਪੁਲਿਸ ਨੇ ਵੀ ਤਸਦੀਕ ਕਰ ਦਿੱਤਾ ਕਿ ਉਹ ਧਾਰਮਿਕ ਪ੍ਰਵਿਰਤੀ ਦਾ ਬੰਦਾ ਸੀਗਾ, ਡੇਲੀ ਗੁਰਦੁਆਰਾ ਸਾਹਿਬ ਸੁਬਾਹ ਸ਼ਾਮ ਆਉਂਦਾ ਸੀ। ਜਦੋਂ ਉਹਨੂੰ ਇਹ ਸਭ ਪਤਾ ਲੱਗਦਾ ਤਾਂ ਪਰਮਿੰਦਰ ਕੌਰ ਦੀ ਆਪਦੀ ਲਾਇਸੈਂਸੀ ਪਿਸਤੌਲ ਨਾਲ ਉਹਦਾ ਕਤਲ ਕਰ ਦਿੱਤਾ। ਤਾਂ ਕੀ ਮੈਂ ਉਸ ਨਾਲ ਜੋੜ ਕੇ ਦੇਖਾਂ ਕਿ ਮਤਲਬ ਉੱਥੇ ਫਿਰ ਉਹ ਗੁਨੇਗਾਰ ਸਾਬਿਤ ਕਰਨਾ ਉਹਨੂੰ ਬਹੁਤ ਔਖਾ ਹੈ? ਇਹਦਾ ਮਤਲਬ ਨਾ ਹੋ ਹੀ ਨਹੀਂ ਸਕਦਾ, ਕਿਉਂਕਿ ਜਦੋਂ ਵੀ ਤੁਸੀਂ ਕੋਈ ਮਰਡਰ ਕਰਦੇ ਹੋ, ਮਰਡਰ ਦੇ ਵਿੱਚ ਇੱਕ ਐਲੀਮੈਂਟ ਹੁੰਦਾ ਹੈ, ਇਹ ਆਪਣੇ ਸਾਰੇ ਵਕੀਲ ਜਾਣਦੇ ਨੇ, ਸਾਰੇ ਆਪਣੇ ਪੁਲਿਸ ਵਾਲੇ ਜਾਣਦੇ ਨੇ, ਮੈਂਸਰੀਆ ਹੁੰਦਾ ਗਿਲਟੀ ਮਾਈਂਡ। ਉਸਨੇ ਕਿਸੇ ਕਾਰਨ ਕਰਕੇ ਉਸ ਬੰਦੇ ਨੂੰ ਕਤਲ ਕਰਨਾ ਸੀ, ਚਾਹੇ ਉਹਦੇ ਪੈਸੇ ਨਹੀਂ ਸੀ ਦੇ ਰਿਹਾ, ਚਾਹੇ ਝਗੜਾ ਸੀ, ਚਾਹੇ ਗਾਲਾਂ ਕੱਢ ਰਿਹਾ ਸੀ, ਚਾਹੇ ਕੁਝ ਕਰ ਰਿਹਾ ਸੀ। ਹੁਣ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੈਂਸਰੀਆ ਨਹੀਂ ਤੁਸੀਂ ਪ੍ਰੂਵ ਕਰ ਸਕਦੇ। ਜਿੰਨੀ ਦੇਰ ਮੈਂਸਰੀਆ ਪ੍ਰੂਵ ਨਹੀਂ ਹੁੰਦਾ ਉਨੀ ਦੇਰ ਤੱਕ ਉਹ ਮਰਡਰ ਨਹੀਂ ਹੁੰਦਾ। ਸੋ ਇਹ ਜਸਟ ਐਨ ਸਡਨ ਐਂਡ ਗ੍ਰੇਵ ਪ੍ਰੋਵੋਕੇਸ਼ਨ ਹੈ, ਔਰ ਉਸ ਦੇ ਕੋਲੋਂ ਨਹੀਂ ਬਰਦਾਸ਼ਤ ਹੋਇਆ। ਕਿਸੇ ਰੈਸ਼ਨਲ ਜ਼ਿਆਦਾ ਬੰਦਾ ਹੋਵੇ, ਸ਼ਰਧਾਲੂ ਘੱਟ ਹੋਵੇ, ਉਹ ਉਹੋ ਜਿਹੀ ਗੱਲ ਨੂੰ ਸੋਚੇ ਵੀ ਚਲੋ ਲੜਕੀ ਹੈ ਵਿਚਾਰੀ, ਇਹਨੂੰ ਕੀ ਕਹਿਣਾ ਹੈ, ਤੇ ਆਪੇ ਪੁਲਿਸ ਵਾਲੇ ਕੁਛ ਨਾ ਕੁਛ ਇਹਨੂੰ ਹੋਰ ਪਨਿਸ਼ਮੈਂਟ ਦੇਣਗੇ, ਇਹੋ ਜਿਹੀ ਗੱਲ ਸੋਚ ਲਵੇ। ਲੇਕਿਨ ਜਿਹੜਾ ਜਿੰਨੀ ਕੁ ਸ਼ਰਧਾ ਬੰਦੇ ਨੂੰ ਜ਼ਿਆਦਾ ਹੈਗੀ, ਉਹਨਾਂ ਉਹ ਸੋਚਦਾ ਵੀ ਇਹਦੀ ਮਜ਼ਾਲਕੀ ਹੋਈ ਵੀ ਇੱਥੇ ਆ ਕੇ ਸਾਡੇ ਹੁੰਦਿਆਂ ਇਹ ਇਸ ਤਰ੍ਹਾਂ ਦੀ ਬੇਅਦਬੀ ਕਰੇ। ਸੋ ਉਹ ਪ੍ਰੋਵੋਕੇਸ਼ਨ ਹੈ, ਔਰ ਉਹ ਸਡਨ ਪ੍ਰੋਵੋਕੇਸ਼ਨ ਹੈ। ਉਹ ਕੋਈ ਇਸ ਤਰ੍ਹਾਂ ਦਾ ਸੋਚ ਕੇ ਨਹੀਂ ਸੀ ਆਇਆ ਵੀ ਮੈਂ ਬੇਅਦਬੀ ਕਰੂਗਾ ਕੋਈ ਤੇ ਮੈਂ ਉਹਨੂੰ ਮਾਰ ਦਿਆਂਗਾ। ਸੋ ਇਹ ਤਾਂ ਹੁਣ ਨੈਚੁਰਲ ਕਨਸੀਕੁਐਂਸਸ ਹੈ ਜਿਹੜਾ ਕੁਝ ਹੋ ਰਿਹਾ। ਜੇ ਇਸ ਨੂੰ ਠੱਲ ਪਾਉਣੀ ਹੈ ਤਾਂ ਇਨਵੈਸਟੀਗੇਸ਼ਨ ਪ੍ਰੋਪਰ ਹੋਣਾ ਚਾਹੀਦਾ। ਬਿਲਕੁਲ ਇਨਵੈਸਟੀਗੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ, ਪਰ ਗੱਲ ਇਹ ਹੈ ਕਿ ਆਖਰਕਾਰ ਇਹ ਰੁਕਣਗੀਆਂ ਕਿਉਂ? ਗੱਲ ਹਮੇਸ਼ਾ ਇੱਥੇ ਆ ਕੇ ਰੁਕਦੀ ਹੈ ਕਿ ਇਹ ਆਖਰਕਾਰ ਹੁੰਦੀਆਂ ਹੀ ਕਿਉਂ? ਜਿਸ ਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਕਿਤੇ ਨਾ ਕਿਤੇ ਬਰਗਲਾਇਆ ਜਾਂਦਾ ਹੈ, ਕੋਈ ਨਾ ਕੋਈ ਲਾਲਚ ਦਿੱਤਾ ਜਾਂਦਾ ਹੈ, ਪਰ ਆਖਰਕਾਰ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ?
ਸਿਰਫ ਗੁਰਦੁਆਰਾ ਸਾਹਿਬ ਹੀ, ਕਿਉਂ ਸਵਾਲ ਸਭ ਤੋਂ ਵੱਡਾ ਆਉਂਦਾ ਹੈ, ਜੇ ਡਿਪਰੈਸ਼ਨ 'ਚ ਵੀ ਸੀ ਤਾਂ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ ਦਿਖਿਆ? ਜੇ ਕਿਸੇ ਕੋਈ ਮੈਂਟਲੀ ਰਿਟਾਰਡਡ ਹੁੰਦਾ ਤਾਂ ਉਹਨੂੰ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ ਦਿਖਦਾ ਹੈ? ਬੇਅਦਬੀਆਂ ਸਿਰਫ ਗੁਰਦੁਆਰਾ ਸਾਹਿਬ ਹੀ ਕਿਉਂ ਹੁੰਦੀਆਂ ਨੇ? ਜੀ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ। ਕਦੇ ਤੁਸੀਂ ਮੰਦਿਰ ਦੇ ਵਿੱਚ ਜਾਂਦਾ ਦੇਖਿਆ? ਕਦੇ ਕੋਈ ਸਿੱਖ ਮੰਦਿਰ ਦੇ ਵਿੱਚ ਜਾ ਕੇ ਬੇਅਦਬੀ ਕਰਦਾ ਦੇਖਿਆ? ਬਹੁਤ ਵੱਡੀ ਗੱਲ ਕਹੀ ਹੈ। ਔਰ ਨਾ ਹੀ ਉਹ ਸਿੱਖ ਹੋ ਸਕਦਾ ਜਿਹੜਾ ਜਾ ਕੇ ਕਿਸੇ ਧਰਮ ਦੀ ਬੇਅਦਬੀ ਕਰਦਾ ਹੋਵੇ। ਹਰ ਸਿੱਖ ਦਾ ਫਰਜ਼ ਹੈ ਹਰ ਧਰਮ ਦਾ ਅਦਬ ਕਰਨਾ, ਚਾਹੇ ਉਹ ਮੰਨੇ ਉਸ ਨੂੰ ਨਾ ਮੰਨੇ, ਤੇ ਲੇਕਿਨ ਅਦਬ ਕਰਨਾ ਫਰਜ਼ ਹੈ। ਇਹ ਗੁਰੂ ਦਾ ਹੁਕਮ ਹੈ ਸਾਨੂੰ। ਇਸ ਦੇ ਬਾਵਜੂਦ ਜੇ ਇਹ ਹੁੰਦਾ ਹੈ ਤਾਂ ਇਹ ਲੋਕ ਕਰਦੇ ਨੇ, ਤਾਂ ਇਹ ਆਪਣੇ ਆਪ ਤਾਂ ਕੋਈ ਕਰ ਨਹੀਂ ਸਕਦਾ। ਤੁਸੀਂ ਦੱਸੋ, ਕੋਈ ਬੱਚਾ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗਾ। ਸਿਆਣੇ ਆਦਮੀ ਨੂੰ ਤਾਂ, ਸਿਆਣੀ ਉਮਰ ਦੇ ਬੰਦੇ ਨੂੰ ਤਾਂ ਕੋਈ ਇਸ ਤਰ੍ਹਾਂ ਦੀ ਸੁੱਝ ਹੀ ਨਹੀਂ ਸਕਦੀ। ਇਹਨਾਂ ਨੂੰ ਭੇਜਿਆ ਜਾ ਰਿਹਾ ਹੈ, ਇਹਨਾਂ ਨੂੰ ਟਿਊਟਰ ਕੀਤਾ ਜਾ ਰਿਹਾ ਹੈ, ਔਰ ਇਹਨਾਂ ਨੂੰ ਕੋਈ ਇਵਜ਼ਾਨਾ ਦਿੱਤਾ ਜਾ ਰਿਹਾ ਹੈ, ਇਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਹੈ। ਬਿਲਕੁਲ ਗੁਰਤੇਜ ਜੀ ਬਿਲਕੁਲ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਸਾਡੇ ਨਾਲ ਜੁੜੇ ਤੇ ਆਪਣੀ ਬੇਬਾਕ ਰਾਏ ਰੱਖੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਸੀ ਗੁਰਤੇਜ ਸਿੰਘ ਜੀ। ਕਹਿੰਦੇ ਵਾਕਈ ਕਾਰਨਾਂ ਦਾ ਪਤਾ ਕਰਨਾ ਪਏਗਾ, ਪ੍ਰੋਪਰ ਇਨਵੈਸਟੀਗੇਸ਼ਨ ਪਤਾ ਕਰਨੀ ਪਏਗੀ ਕਿ ਹਰ ਵਾਰ ਗੁਰਦੁਆਰਾ ਸਾਹਿਬ ਹੀ ਕਿਉਂ। ਤੇ ਇਹ ਸੀ ਅੱਜ ਦਾ ਨਜ਼ਰੀਆ। ਕੱਲ ਫਿਰ ਮਿਲਾਂਗੇ ਕਿਸੇ ਹੋਰ ਖਬਰ ਤੇ ਨਜ਼ਰ ਲੈ ਕੇ ਨਜ਼ਰੀਆ ਬਿਉਂਦਾ ਵਿੱਚ। ਤਦ ਤੱਕ ਦੋ ਮੈਨੂੰ ਇਜਾਜ਼ਤ। ਸਤਿ ਸ਼੍ਰੀ ਅਕਾਲ।